ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਕਲਗੀਧਰ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਖਾਲਸੇ ਪੰਥ ਨੂੰ ਆਤਮ ਗਿਆਨ ਦਾ ਉਪਦੇਸ਼ ਦੇ ਰਹੇ ਨੇ। ਕੱਲ ਦੀ ਕਥਾ ਵਿੱਚ 6 ਪ੍ਰਮਾਣਾਂ ਦਾ ਜ਼ਿਕਰ ਆਇਆ ਹੈ ਕਿ ਕਿਵੇਂ ਪ੍ਰਮਾਣਾਂ ਕਰਕੇ ਅਵਿਦਿਆ ਦੀ ਨਿਰਵਿਰਤੀ ਹੁੰਦੀ ਔਰ ਆਤਮਾ ਦੇ ਸਰੂਪ ਦਾ ਸਾਖਸ਼ਾਤਕਾਰ ਹੁੰਦਾ ਹੈ। ਅਨੁਮਾਨ ਪ੍ਰਮਾਣ ਹੈ, ਸ਼ਬਦ ਪ੍ਰਮਾਣ ਹੈ, ਉਪਮਾਨ ਪ੍ਰਮਾਣ ਹੈ, ਅਰਥਾਪਤੀ ਪ੍ਰਮਾਣ ਹੈ, ਪ੍ਰਤੱਖ ਪ੍ਰਮਾਣ ਹੈ, ਅਤੇਜਕ ਪ੍ਰਮਾਣ ਹੈ। ਇਹਦਾ ਇਹਨਾਂ 6 ਪ੍ਰਕਾਰ ਦੇ ਪ੍ਰਮਾਣਾਂ ਦੁਆਰਾ ਕਿਵੇਂ ਅਵਿਦਿਆ ਦਾ ਨਿਵਾਰਨ ਕਰਕੇ ਆਤਮਾ ਦਾ ਸਰੂਪ ਪ੍ਰਾਪਤ ਹੁੰਦਾ ਹੈ। ਫਿਰ 3 ਪ੍ਰਕਾਰ ਦੇ ਭੇਦਾਂ ਦੀ ਵਿਚਾਰ ਕੀਤੀ ਹੈ ਕਿ ਸਜਾਤੀ ਭੇਦ, ਵਿਜਾਤੀ ਭੇਦ ਤੇ ਸਵਗਤ ਭੇਦ। ਪਰਮਾਤਮਾ ਦੇ ਸਰੂਪ ਵਿੱਚ ਇਹ ਤਿੰਨੇ ਭੇਦ ਕੰਮ ਨਹੀਂ ਕਰਦੇ, ਇਸ ਕਰਕੇ ਉਹਨੂੰ ਅਭੇਦ ਕਿਹਾ। ਸਾਡੇ ਸੰਸਾਰ ਦੀ ਬਣਤਰ ਵਿੱਚ ਜਿੱਥੇ ਅਸੀਂ ਵਿਚਰਦੇ ਹਾਂ, ਇਹਦੇ ਵਿੱਚ ਸਜਾਤੀ, ਵਿਜਾਤੀ, ਸਵਗਤ ਤਿੰਨੇ ਭੇਦ ਨੇ। ਪਰ ਪਰਮੇਸ਼ਰ ਦੇ ਸਰੂਪ ਵਿੱਚ ਸਜਾਤੀ, ਵਿਜਾਤੀ, ਸਵਗਤ ਨਹੀਂ ਹੈ। ਇਹ ਕਥਾ ਕੱਲ ਦੇ ਪ੍ਰਸੰਗ ਵਿੱਚ ਆਪਾਂ ਵਿਚਾਰੀ ਹੈ। 49ਵਾਂ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਆਓ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ। ਕਲਗੀਧਰ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਿਸ਼ੈ ਪ੍ਰਮਾਣਨ ਕੋ ਬਯੋ ਕਯੋ ਅਬਸ਼ੈ ਸਰੂਪ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਕੋਲ ਸਿੰਘਾਂ ਨੇ ਸਵਾਲ ਕੀਤਾ, ਕਿਉਂਕਿ ਪਿੱਛੇ ਬਚਨ ਆਇਆ ਸੀ ਕਿ ਆਪ ਪ੍ਰਮਾਤਮਾ ਦੇ ਸਰੂਪ ਨੂੰ ਕਿਸੇ ਪ੍ਰਮਾਣ ਦੁਆਰਾ ਸਿੱਧ ਨਹੀਂ ਕੀਤਾ ਜਾ ਸਕਦਾ। ਉਹ ਪ੍ਰਮਾਣਾਂ ਦੇ ਵਿਸ਼ੇ ਤੋਂ ਰਹਿਤ ਹੈ, ਅਵਿਸ਼ੈ ਹੈ। ਪਿੱਛੇ ਬਚਨ ਆਇਆ ਸੀ ਆਪ ਜੀ ਦੀ ਸਿਮਰਤੀ ਵਿੱਚ ਹੋਵੇ, ਕਿਉਂਕਿ ਇੱਕ ਸਿਮਰਤੀ ਬਿਰਤੀ ਹੁੰਦੀ ਹੈ। 5 ਪ੍ਰਕਾਰ ਦੀਆਂ ਬਿਰਤੀਆਂ ਸਨ, ਉਹਦੇ ਵਿੱਚ ਇੱਕ ਸਿਮਰਤੀ ਬਿਰਤੀ ਹੈ ਜਿਹਦੇ ਵਿੱਚ ਸਾਡੀ ਯਾਦ ਵਿੱਚ ਕੋਈ ਗੱਲ ਰਹਿ ਜਾਂਦੀ ਹੈ। ਉਸ ਵਕਤ ਭਾਈ ਦਇਆ ਸਿੰਘ ਜੀ ਨੇ ਬਚਨ ਕਿਹਾ ਸੀ ਕਿ ਪਰਮਾਤਮਾ ਦਾ ਜਿਹੜਾ ਸਰੂਪ ਹੈ ਉਹ ਪ੍ਰਮਾਣਾਂ ਦਾ ਵਿਸ਼ੇ ਨਹੀਂ ਹੈ, ਉਹ ਪ੍ਰਮਾਣਾਂ ਤੋਂ ਅਵਿਸ਼ੇ ਹੈ। ਤੋ ਸਿੰਘਾਂ ਨੇ ਬੇਨਤੀ ਕੀਤੀ ਕਿ ਤੁਸੀਂ ਪਰਮਾਤਮਾ ਦੇ ਸਰੂਪ ਨੂੰ, ਬ੍ਰਹਮ ਦੇ ਸਰੂਪ ਨੂੰ ਅਵਿਸ਼ਾ ਦੱਸਿਆ ਸੀ ਵੀ ਉਹ ਪ੍ਰਮਾਣਾਂ ਦਾ ਵਿਸ਼ਾ ਨਹੀਂ, ਪਰ ਹੁਣ ਤੁਸੀਂ 6 ਪ੍ਰਕਾਰ ਦੇ ਪ੍ਰਮਾਣਾਂ ਨਾਲ ਆਤਮਾ ਨੂੰ ਸਿੱਧ ਕੀਤਾ, ਪ੍ਰਮਾਤਮਾ ਦੇ ਸਰੂਪ ਨੂੰ ਸਿੱਧ ਕੀਤਾ। ਵੀ ਇਹ ਦੋਵੇਂ ਗੱਲਾਂ ਮਿਲੀਆਂ ਜੁਲੀਆਂ ਕਿਵੇਂ ਹੋ ਗਈਆਂ? ਨਾਲੇ ਤਾਂ ਅਭਿਸ਼ੇ ਕਿਹਾ ਸੀ, ਨਾਲੇ ਹੁਣ ਪ੍ਰਮਾਣਾਂ ਨਾਲ ਬ੍ਰਹਮ ਦਾ ਸਰੂਪ ਸਿੱਧ ਕੀਤਾ, ਨਾਲੇ ਕਹਿੰਦੇ ਉਹ ਪ੍ਰਮਾਣ ਉਹਦੇ ਤੇ ਲੱਗਦੇ ਨਹੀਂ ਹਨ।
ਫਿਰ ਮਹਾਰਾਜ ਜੀ ਸਾਡੇ ਮਨ 'ਚ ਸੁਣ ਕੇ ਸੰਸਾ ਹੋਇਆ ਕਿ ਪ੍ਰਮਾਣਾਂ ਦਾ ਜੋ ਵਿਸ਼ਾ ਨਹੀਂ, ਤੇ ਫਿਰ ਤੁਸੀਂ ਉਹਦੇ ਸਰੂਪ ਨੂੰ ਸਿੱਧ ਕਰਨ ਲਈ ਪ੍ਰਮਾਣਾਂ ਦੀ ਵਰਤੋਂ ਕਿਉਂ ਕੀਤੀ ਹੈ। ਏ ਸੰਸੈ ਬੂਜਨ ਕਰਿਓ, ਸੁਨ ਕੈ ਗਾਥ ਅਨੂਪ। ਜਦੋਂ ਇਹ ਸੰਸਾ ਸਿੰਘਾਂ ਨੇ ਬੇਨਤੀ ਕਰਕੇ ਪੁੱਛਿਆ ਭਾਈ ਦਇਆ ਸਿੰਘ ਜੀ ਨੂੰ, ਤੇ ਸਾਰੀ ਗਾਥਾ ਜਿਹੜੀ ਬੜੀ ਅਨੂਪ ਉਪਮਾ ਰਹਿਤ ਗਾਥਾ ਪਿੱਛੇ ਚੱਲੀ ਹੈ, ਇਸ ਨੂੰ ਸੁਣਿਆ ਹੈ ਸਿੰਘਾਂ ਨੇ, ਔਰ ਆਪਣੇ ਹਿਰਦੇ ਦਾ ਜਿਹੜਾ ਇਹ ਸ਼ੰਕਾ ਸੀ ਉਹ ਭਾਈ ਸਾਹਿਬ ਜੀ ਨੂੰ ਪੁੱਛਿਆ ਹੈ। ਚੌਪਈ ਸ਼ੰਕਾ ਕਰੀ ਖਾਲਸੇ ਜਬੇ। ਜਦੋਂ ਖਾਲਸੇ ਨੇ ਭਾਈ ਦਇਆ ਸਿੰਘ ਜੀ ਦੇ ਕੋਲ ਇਸ ਤਰ੍ਹਾਂ ਸ਼ੰਕਾ ਕੀਤਾ, ਦਇਆ ਸਿੰਘ ਬੋਲੇ ਹੋ ਸ਼ੁਭ ਤਬੇ। ਉਹ ਭਾਈ ਦਇਆ ਸਿੰਘ ਜੀ ਸਿੰਘਾਂ ਦੇ ਸ਼ੰਕੇ ਦੀ ਨਿਰਵਿਰਤੀ ਲਈ, ਸ਼ੰਕੇ ਨੂੰ ਨਿਵਾਰਨ ਵਾਸਤੇ ਆਪਣੇ ਮੁਖਾਰ ਬਿੰਦ ਚੋਂ ਸ਼ੁਭ ਬਚਨ ਬੋਲੇ। ਵਿਧੀ ਮੁਖ ਸਿੱਖ ਜਨਾਏ ਬੇਹੇਤ। ਕਹਿਣ ਲੱਗੇ, ਸਿੰਘੋ ਇਹਨਾਂ ਪ੍ਰਮਾਣਾਂ ਦਾ ਜਿਹੜਾ ਸਵਰੂਪ ਦੱਸਿਆ ਗਿਆ, 6 ਪ੍ਰਮਾਣ ਦੱਸੇ ਗਏ ਨੇ, ਇਹਨਾਂ ਦਾ ਇੱਕ ਵਿਧੀ ਪੱਖ ਹੁੰਦਾ, ਇੱਕ ਨਿਸ਼ੇਧ ਪੱਖ ਹੁੰਦਾ ਹੈ। ਜਿਹੜਾ ਵਿਧੀ ਪੱਖ ਹੈ ਵੀ ਵਿਧੀ ਪੂਰਵਕ ਢੰਗ ਦੇ ਨਾਲ ਸਿੱਖ ਨੂੰ ਜਣਾਉਣ ਵਾਸਤੇ, ਕਿ ਸਿੱਖ ਦੀ ਜਾਣਕਾਰੀ 'ਚ ਵਾਧਾ ਹੋਵੇ, ਉਹਨੂੰ ਜਣਾਉਣ ਵਾਸਤੇ ਕਹਿਓ ਬ੍ਰਹਮ ਕੋ ਵਿਸ਼ੇ ਸੰਕੇਤ। ਤਾਂ ਇਹ ਪ੍ਰਮਾਣਾਂ ਦੁਆਰਾ ਬ੍ਰਹਮ ਦੇ ਸਵਰੂਪ ਨੂੰ ਸਿੱਧ ਕੀਤਾ, ਕਿਉਂਕਿ ਆਖਰਕਾਰ ਜਣਾਣਾ ਤਾਂ ਹੈ ਨਾ ਸਿੱਖ ਨੂੰ, ਉਹਦੇ ਲਈ ਪ੍ਰਮਾਣ ਤਾਂ ਦੇਣੇ ਪੈਣਗੇ। ਪਰ ਵਾਸਤਵਿਕ ਰੂਪ ਦੇ ਵਿੱਚ ਨਿਸ਼ੇਧ ਪੱਖ ਦੇ ਵਿੱਚ ਵੇਖੀਏ ਤੇ ਉਹ ਪ੍ਰਮਾਣਾਂ ਦਾ ਵਿਸ਼ੇ ਨਹੀਂ ਹੈ ਬ੍ਰਹਮ, ਪਰ ਵਿਧੀ ਪੂਰਵਕ ਢੰਗ ਦੇ ਨਾਲ ਕਿ ਸਿੱਖ ਨੂੰ ਜਾਣਕਾਰੀ ਹੋ ਸਕੇ, ਇਸ ਕਰਕੇ ਪ੍ਰਮਾਣਾਂ ਦੁਆਰਾ ਪ੍ਰਮਾਤਮਾ ਦੇ ਸਵਰੂਪ ਨੂੰ ਜਣਾਇਆ ਹੈ। ਨੀਤੀ ਨੇਤੀ ਕਰਨ ਖਿੱਦ ਪਛਾਨ। ਪਰ ਜਦੋਂ ਪ੍ਰਮਾਤਮਾ ਨੂੰ ਨਿਸ਼ੇਧ ਪੱਖ ਨਾਲ ਵਰਣਨ ਕੀਤਾ ਜਾਂਦਾ, ਫਿਰ ਉਦੋਂ ਕਿਹਾ ਜਾਂਦਾ ਨੇਤ ਨੇਤ, ਨਾ ਇਤੀ ਨਾ ਇਤੀ, ਵੀ ਜਿਸ ਬਾਰੇ ਕਿਹਾ ਹੀ ਨਾ ਜਾ ਸਕੇ, ਜੋ ਪਰੇ ਤੋਂ ਪਰੇ ਹੈ, ਪਰੇ ਤੋਂ ਪਰੇ ਹੈ, ਉਹਨੂੰ ਕਹਿੰਦੇ ਨਾ ਇਤੀ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਹੋਰ ਪਰੇ ਤੋਂ ਪਰੇ ਹੈ। ਨਿਸ਼ੇਧ ਪੱਖ ਦੁਆਰਾ ਇਦਾਂ ਕਿਹਾ ਜਾਂਦਾ, ਪਰ ਵਿਧੀ ਪੂਰਵਕ ਢੰਗ ਦੇ ਨਾਲ ਜੋ ਪਿੱਛੇ ਪ੍ਰਮਾਣਾਂ ਦੁਆਰਾ ਬ੍ਰਹਮ ਦਾ ਸਰੂਪ ਸਿੱਧ ਕੀਤਾ, ਉਹ ਕੇਵਲ ਸਿੱਖ ਦੀ ਜਾਣਕਾਰੀ ਦੇ ਵਾਧੇ ਵਾਸਤੇ ਹੈ। ਵਾਸਤਵਿਕ ਰੂਪ ਵਿੱਚ ਪ੍ਰਮਾਤਮਾ ਨੂੰ ਨਿਸ਼ੇਧ ਪੱਖ ਦੁਆਰਾ ਨੇਤ ਨੇਤ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਤੋ ਪ੍ਰਮਾਨ ਕੋ ਵਿਸ਼ੇ ਨ ਜਾਣ। ਜਦੋਂ ਉਹਨੂੰ ਨੇਤ ਨੇਤ ਕਿਹਾ ਜਾਂਦਾ ਹੈ ਨਿਸ਼ੇਧ ਪੱਖ ਦੁਆਰਾ, ਉਸ ਵਕਤ ਫਿਰ ਉਹ ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ ਰਹਿ ਜਾਂਦਾ, ਉਹਦੇ ਤੇ ਫਿਰ ਉਸ ਵਕਤ ਕਿਸੇ ਵੀ ਪ੍ਰਕਾਰ ਦਾ ਪ੍ਰਮਾਣ ਉਹ ਲਾਗੂ ਨਹੀਂ ਹੁੰਦਾ। ਜਿਮਨੇ ਵਿਸ਼ੇ ਸੁਨੋ ਦੇ ਸ਼੍ਰੋਣ। ਕਹਿੰਦੇ ਹੈ ਸਿੰਘੋ, ਕਿਵੇਂ ਉਹ ਪ੍ਰਮਾਣਾਂ ਦਾ ਵਿਸ਼ੇ ਨਹੀਂ ਹੈ, ਉਹ ਤੁਸੀਂ ਸ਼੍ਰੋਣ ਦੇ ਕੇ ਧਿਆਨ ਨਾਲ ਸੁਣੋ। ਅਗਮ ਅਗੋਚਰ ਕਈਐ ਤੌਣ। ਪਰਮਾਤਮਾ ਨੂੰ ਅਗੰਮ ਕਿਹਾ ਜਾਂਦਾ, ਫਿਰ ਅਗੋਚਰ ਵੀ ਕਿਹਾ ਜਾਂਦਾ। ਅਗੰਮ ਜਿਹਦੇ ਤੱਕ ਸਾਡੇ ਸਰੀਰ ਦੀ ਗਮਤਾ ਨਹੀਂ, ਅਗੋਚਰ ਇੰਦਰੀਆਂ ਨਹੀਂ ਉਹਨੂੰ ਵੇਖ ਸਕਦੀਆਂ। ਜੋ ਅਗੰਮ ਤੇ ਅਗੋਚਰ ਕਿਹਾ ਜਾਂਦਾ ਪਰਮੇਸ਼ਰ ਨੂੰ, ਇੰਦਰੀ ਤੇ ਪ੍ਰਤੱਛ ਨੈ ਸੋਏ। ਉਹ ਸਾਡੀਆਂ ਇੰਦਰੀਆਂ ਦੁਆਰਾ ਪ੍ਰਤੱਖ ਨਹੀਂ ਹੋ ਸਕਦਾ, ਇੰਦਰੀਆਂ ਦੇ ਨਾਲ ਉਸ ਨੂੰ ਅਸੀਂ ਪ੍ਰਤੱਖ ਰੂਪ ਵਿੱਚ ਨਹੀਂ ਜਾਣ ਸਕਦੇ। ਪ੍ਰਤੱਛ ਪ੍ਰਮਾਣ ਅਵਿਸ਼ੈ ਹੋਏ। ਇਸ ਕਰਕੇ ਉਹ ਪ੍ਰਤੱਛ ਪ੍ਰਮਾਣ ਤੋਂ ਅਵਿਸ਼ਾ ਹੈ, ਉਹਦੇ ਤੇ ਪ੍ਰਤੱਖ, ਕਿਉਂਕਿ ਪ੍ਰਤੱਖ ਪ੍ਰਮਾਣ ਕੀ ਹੁੰਦਾ, ਵੀ ਮੈਂ ਇੰਦਰੀਆਂ ਦੁਆਰਾ ਸਾਹਮਣੇ ਗੁਲਦਸਤਾ ਵੇਖਦਾ, ਇਹ ਪ੍ਰਤੱਖ ਪ੍ਰਮਾਣ ਹੈ। ਹੁਣ ਆ ਇੰਦਰੀਆਂ ਪ੍ਰਮਾਤਮਾ ਨੂੰ ਤਾਂ ਵੇਖ ਹੀ ਨਹੀਂ ਸਕਦੀਆਂ, ਕਿਉਂਕਿ ਉਹ ਅਗੋਚਰ ਹੈ, ਇੰਦਰੀਆਂ ਤੋਂ ਅਤੀਤ ਹੈ, ਫਿਰ ਉਹਦੇ ਤੇ ਪ੍ਰਤੱਖ ਪ੍ਰਮਾਣ ਕਿਵੇਂ ਲਾਗੂ ਹੋਵੇਗਾ। ਇਸ ਕਰਕੇ ਭਾਈ ਉਹ ਪ੍ਰਤੱਖ ਪ੍ਰਮਾਣ ਤੋਂ ਅਵਿਸ਼ੇ ਹੈ, ਵਿਸ਼ੇ ਤੋਂ ਰਹਿਤ ਹੈ। ਜਿਨ ਬ੍ਰਹਮ ਕੈ ਕੋਏ ਨ ਅਹੈ। ਫਿਰ ਦੂਸਰਾ ਅਨੁਮਾਨ ਪ੍ਰਮਾਣ ਹੁੰਦਾ। ਅਨੁਮਾਨ ਪ੍ਰਮਾਣ ਜਿਵੇਂ ਦੱਸਿਆ ਸੀ ਕੱਲ, ਧੂਆਂ ਵੇਖ ਕੇ ਅੱਗ ਦਾ ਅੰਦਾਜ਼ਾ ਲਾ ਲੈਣਾ। ਕਹਿੰਦੇ ਹੁਣ ਪ੍ਰਮਾਤਮਾ ਦਾ ਕੋਈ ਚਿੰਨ ਨਹੀਂ ਹੈ, ਕਿਉਂਕਿ ਉਹਨੂੰ ਤਾਂ ਕਲਗੀਧਰ ਕਹਿੰਦੇ ਚੱਕਰ ਚਿਹਨ ਯਾਰ ਬਰਨ ਜਾਤ ਯਾਰ ਪਾਤ ਨਹਿਨ ਜੇ, ਰੂਪ ਰੰਗ ਯਾਰ ਰੇਖ ਭੇਖ ਕੋ ਕਹਿ ਨ ਸਕਤ ਕਹਿ,
ਅਚਲ ਮੂਰਤ ਅਨਭਉ ਪ੍ਰਕਾਸ਼ ਅਮ ਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਉਹ ਵੀ ਕਹਿੰਦੇ ਆ ਨਾ, ਨੇਤ ਨੇਤ ਬਨ ਤ੍ਰਿਣ ਕਹਿਤ। ਨਾਇਤੀ ਨਾਇਤੀ ਨੇਤ ਨੇਤ ਬਨ ਤ੍ਰਿਣ ਕਹਿਤ। ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਉਹਦਾ ਚੱਕਰ ਚਿੰਨ ਨਹੀਂ। ਹੁਣ ਕਿਸੇ ਦਾ ਚਿੰਨ ਹੋਵੇ ਤੇ ਉਹਦੇ ਤੋਂ ਅੰਦਾਜ਼ਾ ਹੁੰਦਾ ਨਾ ਵੀ ਇਹ ਫਲਾਣਾ ਹੈ। ਪਰਮਾਤਮਾ ਦਾ ਤਾਂ ਕੋਈ ਚਿਹਨ ਵਰਨ ਹੀ ਨਹੀਂ ਹੈ, ਉਹਦਾ ਕੋਈ ਚਿੰਨ ਹੀ ਨਹੀਂ ਹੈ। ਇਹਦੇ ਤੇ ਇਸ ਕਰਕੇ ਉਹਦੇ ਤੇ ਅਨੁਮਾਨ ਪ੍ਰਮਾਣ ਵੀ ਨਹੀਂ ਲੱਗ ਸਕਦਾ। ਜਥਾ ਧੂਮ ਤੇ ਪਾਵਕ ਲਹੈ। ਜਿਵੇਂ ਧੂਏ ਤੋਂ ਅੱਗ ਦਾ ਆਪਾਂ ਅਨੁਮਾਨ ਲਾਉਂਦੇ ਹਾਂ, ਨੈ ਅਨੁਮਾਨ ਵਿਸ਼ੈ ਇਮ ਜਾਨ। ਪਰ ਪ੍ਰਮਾਤਮਾ ਦਾ ਕਿਹੜਾ ਚਿੰਨ ਵੇਖ ਕੇ ਅਸੀਂ ਪ੍ਰਮਾਤਮਾ ਨੂੰ ਅਨੁਮਾਨ ਲਾ ਕੇ ਜਾਣਾਂਗੇ? ਉਹਦਾ ਤਾਂ ਕੋਈ ਚਿੰਨ ਹੀ ਨਹੀਂ ਹੈ। ਇਸ ਕਰਕੇ ਅਨੁਮਾਨ ਪ੍ਰਮਾਣ ਦਾ ਵੀ ਉਹ ਵਿਸ਼ੇ ਨਹੀਂ ਹੈ। ਅਦਵੈ ਏਕ ਆਤਮਾ ਮਾਨ। ਫਿਰ ਉਹ ਅਦਵੈ, ਅਦਵੈ ਦਾ ਮਤਲਬ ਹੁੰਦਾ ਜੋ ਦੋ ਨਹੀਂ ਇੱਕ ਹੈ, ਜੋ ਆਤਮਾ ਸਵਰੂਪ ਹੋ ਕੇ ਸਾਰਿਆਂ ਵਿੱਚ ਵਰਤਦਾ ਹੈ। ਚੇਤਨ ਸਮ ਚੇਤਨ ਨੈ ਕੋਏ। ਇਸ ਚੇਤਨ ਸਰੂਪ ਪ੍ਰਮਾਤਮਾ ਵਰਗਾ ਚੇਤਨ ਦੂਸਰਾ ਕੋਈ ਨਹੀਂ, ਉਹੀ ਚੇਤਨ ਹੈ। ਉਹਦੇ ਵਰਗਾ ਜਦੋਂ ਕੋਈ ਦੂਜਾ ਹੈ ਹੀ ਨਹੀਂ। ਉਪਮਾਨ ਦਾ ਮਤਲਬ ਹੁੰਦਾ ਵੀ ਉਪਮਾ ਦੇਣੀ। ਜਿਵੇਂ ਆਪਾਂ ਕਹਿ ਦਿੰਦੇ ਆ ਵੀ ਤੇਰੀਆਂ ਅੱਖਾਂ ਕਮਲ ਫੁੱਲ ਵਰਗੀਆਂ ਨੇ, ਕਮਲ ਦੀ ਫੁੱਲ ਦੀ ਉਪਮਾ ਦੇ ਦਿੱਤੀ। ਹੁਣ ਪ੍ਰਮਾਤਮਾ ਚੇਤਨ ਹੈ। ਹੁਣ ਚੇਤਨ ਪ੍ਰਮਾਤਮਾ ਵਰਗਾ ਕੋਈ ਦੂਜਾ ਚੇਤਨ ਨਹੀਂ ਹੈ ਜਿਹਦੀ ਉਪਮਾ ਦੇ ਕੇ ਕਿਹਾ ਜਾ ਸਕੇ ਵੀ ਪ੍ਰਮਾਤਮਾ ਇਦਾਂ ਦਾ ਚੇਤਨ ਹੈ। ਕਹਿ ਤਾਂ ਨਹੀਂ ਨਾ ਸਕਦੇ, ਕਿਉਂਕਿ ਉਹਦੇ ਵਰਗਾ ਕੋਈ ਦੂਜਾ ਚੇਤਨ ਨਹੀਂ ਹੈ। ਤਦੇ ਭੱਟਾ ਨੇ ਕਿਹਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਉਪਮਾਨ ਪ੍ਰਮਾਣ ਵੀ ਨਹੀਂ ਨਾ ਲੱਗਦਾ, ਇਹਨੂੰ ਕਹਿੰਦੇ ਉਪਮਾ ਦੇ ਕੇ ਪ੍ਰਮਾਣ ਦੇਣਾ। ਇੱਕ ਚੇਤਨ ਵਰਗਾ ਦੂਸਰਾ ਚੇਤਨ ਨਹੀਂ ਹੈ। ਵਿਸ਼ੈ ਉਪਮਾਨ ਨਯਾ ਤੇ ਹੋਏ। ਇਸ ਕਰਕੇ ਉਪਮਾਨ ਪ੍ਰਮਾਣ ਦਾ ਵੀ ਉਹ ਪ੍ਰਮਾਤਮਾ ਵਿਸ਼ੇ ਨਹੀਂ ਹੈ। ਮਨ ਬਾਣੀ ਕੋ ਵਿਸ਼ੈ ਨ ਜੋਏ। ਫਿਰ ਉਹ ਸਾਡੇ ਮਨ ਤੇ ਬਾਣੀ ਦਾ ਵੀ ਵਿਸ਼ੇ ਨਹੀਂ। ਨਾ ਸਾਡੇ ਮਨ ਦੀ ਉਹਦੇ ਤੱਕ ਗਮਤ ਹੈ, ਨਾ ਅਸੀਂ ਬਾਣੀ ਆ ਜਿਹੜੀ ਬੋਲ ਰਹੇ ਹਾਂ ਇਹਦੇ ਕਰਕੇ ਉਹਨੂੰ ਅਸੀਂ ਆਵਾਜ਼ ਮਾਰ ਕੇ ਬੁਲਾ ਸਕਦੇ ਹਾਂ। ਉਹ ਸਾਡੇ ਮਨ ਤੇ ਬਾਣੀ ਦਾ ਵਿਸ਼ੇ ਨਹੀਂ ਹੈ। ਸ਼ਬਦ ਆਈ ਤੇਜਕ ਵਿਸ਼ੇ ਨਾ ਹੋਏ। ਇਸ ਕਰਕੇ ਉਹ ਸ਼ਬਦ ਪ੍ਰਮਾਣ ਕਰਕੇ ਵੀ ਵਿਸ਼ੇ ਨਹੀਂ ਹੁੰਦਾ, ਫਿਰ ਅਈ ਤੇਜਕ ਪ੍ਰਮਾਣ ਦੁਆਰਾ ਵੀ ਵਿਸ਼ੇ ਨਹੀਂ ਹੁੰਦਾ। ਦੇਸ਼ ਕਾਲ ਨੈ ਵਸਤ ਪਰਛਿਨ। ਪ੍ਰਮਾਤਮਾ ਦਾ ਨਾ ਕੋਈ ਇੱਕ ਦੇਸ਼ ਹੈ, ਨਾ ਕੋਈ ਉਹਦਾ ਇੱਕ ਕਾਲ ਹੈ, ਨਾ ਕੋਈ ਉਹਦੀ ਇੱਕ ਵਸਤੂ। ਸਾਡੇ ਸਾਰਿਆਂ ਦਾ ਦੇਸ਼ ਵੀ ਹੈ, ਕਾਲ ਵੀ ਹੈ ਤੇ ਵਸਤੂ ਵੀ ਹੈ। ਪਰ ਵਾਹਿਗੁਰੂ ਪਰਮੇਸ਼ਰ ਦੇਸ਼ ਕਾਲ ਵਸਤੂ ਤੋਂ ਰਹਿਤ ਹੈ, ਇਹਨਾਂ ਤਿੰਨਾਂ ਤੋਂ ਰਹਿਤ ਹੈ। ਏਕ ਆਤਮਾ ਆਨੰਦ ਅਪਿੰਨ। ਉਹ ਇੱਕ ਆਤਮ ਸਵਰੂਪ, ਆਨੰਦ ਸਵਰੂਪ ਤੇ ਅਭਿੰਨ। ਅਭਿੰਨ ਦਾ ਮਤਲਬ ਜਿਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਭਿੰਨਤਾ ਨਹੀਂ ਹੈ, ਵਖਰੇਵਾ ਨਹੀਂ ਹੈ। ਦੇਸ਼ ਨਹੀਂ ਐਸੋ ਕਿਤ ਲਹੋ। ਕੋਈ ਇੱਕ ਇਹੋ ਜਿਹਾ ਦੇਸ਼ ਨਹੀਂ ਜਿੱਥੇ ਖਾਸ ਕਰਕੇ ਰੱਬ ਰਹਿੰਦਾ ਹੋਵੇ, ਉਹ ਤਾਂ ਸਰਬ ਥਾਵਾਂ ਤੇ ਹੈ। ਇਸ ਕਰਕੇ ਉਹਨੂੰ ਇੱਕ ਦੇਸ਼ੀ ਨਹੀਂ ਕਿਹਾ ਜਾ ਸਕਦਾ। ਆਪਣਾ ਦੇਸ਼ ਇੱਕ ਹੈ। ਜਿਵੇਂ ਹੁਣ ਇੱਥੇ ਬੈਠੇ ਆ, ਆਹ ਦੇਸ਼ ਹੋ ਗਿਆ ਸਾਡਾ। ਟਾਈਮ ਕਿਹੜੇ 'ਚ ਬੈਠੇ ਆ, ਇਹ ਸਾਡਾ ਸਮਾਂ ਹੋ ਗਿਆ। ਸਾਡਾ ਸਰੀਰ ਹੈ ਜਿਹੜਾ ਵਸਤੂ ਸਰੂਪ ਕਰਕੇ ਹੋ ਗਿਆ। ਪਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਂ ਦੇਸ਼ ਹੈ ਵੀ ਉਹ ਕਿਹੜੇ ਦੇਸ਼ 'ਚ ਰਹਿੰਦਾ, ਨਾ ਉਹਦਾ ਕਾਲ ਹੈ ਵੀ ਉਹ ਕਿਹੜੇ ਟਾਈਮ ਦੇ ਵਿੱਚ ਹੈ, ਕਿਉਂਕਿ ਉਹ ਤਾਂ ਅਕਾਲ ਹੈ। ਜਿਹੜੀ ਚੀਜ਼ ਕਾਲ ਦੇ ਦਾਇਰੇ ਵਿੱਚ ਆ ਉਹ ਤਾਂ ਖਤਮ ਹੋਣੀ ਹੈ। ਪਰਮੇਸ਼ਰ ਅਕਾਲ ਮੂਰਤ ਹੈ ਨਾ, ਇਸ ਕਰਕੇ ਉਹ ਕਾਲ ਦਾ ਵੀ ਵਿਸ਼ੇ ਨਹੀਂ, ਫਿਰ ਉਹ ਵਸਤੂ ਰੂਪ ਵੀ ਨਹੀਂ ਹੈ। ਇਸ ਪ੍ਰਕਾਰ ਨਾਲ ਉਹ ਇੱਕ ਸਮਾਨ ਹੋ ਕੇ ਸਾਰੀਆਂ ਥਾਵਾਂ ਤੇ ਰਹਿੰਦਾ ਹੈ। ਉਹਦਾ ਕੋਈ ਇੱਕ ਦੇਸ਼ ਨਹੀਂ ਹੈ। ਚੇਤਨ ਬ੍ਰਹਮ ਨਹੀਂ ਜੈ ਕਹੋ। ਕਹਿੰਦੇ ਚੇਤਨ ਬ੍ਰਹਮ
ਉਹਦੇ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਜਿਸ ਨੂੰ ਕਿਹਾ ਜਾ ਸਕੇ। ਸਕਲ ਦੇਸ਼ ਮੈਂ ਪੂਰਨ ਉਹ ਪਿਖੀਏ। ਸਾਰਿਆਂ ਦੇਸ਼ਾਂ ਵਿੱਚ ਪਰਿਪੂਰਨ ਹੈ, ਹਰ ਜਗ੍ਹਾ ਤੇ ਹਰ ਥਾਂ ਤੇ ਪਰਿਪੂਰਨ ਹੈ। ਦੇਸ਼ ਪ੍ਰਛੇਦ ਨਿਆਂ ਤੇ ਲਖੀਏ। ਇਸ ਕਰਕੇ ਉਹਦਾ ਕੋਈ ਇੱਕ ਦੇਸ਼ ਪਰਛੇਦ ਨਹੀਂ, ਇੱਕ ਦੇਸ਼ ਦਾ ਪਰਦਾ ਨਹੀਂ ਜਿਹਦੇ ਵਿੱਚ ਉਹ ਰਹਿੰਦਾ ਹੋਵੇ। ਭੂਤ ਭਵਿੱਖਤ ਅਰ ਵਰਤਮਾਨ। ਫਿਰ ਦੂਜਾ ਹੁੰਦਾ ਕਾਲ। ਕਾਲ ਦਾ ਮਤਲਬ ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ। ਬ੍ਰਹਮ ਆਤਮਾ ਏਕ ਸਮਾਨ। ਉਹਨੂੰ ਇਹਨਾਂ ਤਿੰਨਾਂ ਕਾਲਾਂ ਵਿੱਚ ਵੀ ਨਹੀਂ ਬੰਨ੍ਹ ਸਕਦੇ, ਕਿਉਂਕਿ ਉਹ ਤਾਂ ਪਹਿਲਾਂ ਵੀ ਆਦ ਸੱਚ, ਹੁਣ ਵੀ ਸੱਚ ਹੈ ਤੇ ਅੱਗੇ ਨੂੰ ਵੀ ਸੱਚ ਸਵਰੂਪ ਹੈ। ਵਾਦ ਨ ਘਾਟ ਜਨਮ ਨ ਨਾਸ਼। ਕਿਉਂਕਿ ਸਾਡਾ ਜੋ ਪਹਿਲਾ ਬੀਤ ਚੁੱਕਾ ਸਮਾਂ, ਉਦੋਂ ਸਰੀਰ ਬਚਪਨ ਵਿੱਚ ਹੋਰ ਸੀ, ਹੁਣ ਵਰਤਮਾਨ 'ਚ ਹੋਰ ਹੈ, ਆਉਣ ਵਾਲੇ ਸਮੇਂ 'ਚ ਹੋਰ ਹੋ ਜਾਣਾ। ਉਹ ਜਿਵੇਂ ਜਿਵੇਂ ਉਮਰ ਵੱਧਦੀ ਹੈ। ਪਰ ਪ੍ਰਮਾਤਮਾ ਦਾ ਸਰੂਪ ਉਹ ਕਾਲ ਦੇ ਵਿੱਚ ਨਹੀਂ, ਉਹ ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਹੋਣਾ, ਅੱਗੇ ਵੀ ਉਹੋ ਜਿਹਾ ਹੀ ਰਹਿਣਾ ਉਹਨੇ। ਉਹ ਨਾ ਵੱਧਦਾ ਹੈ, ਨਾ ਘਟਦਾ, ਤੇ ਨਾ ਉਸ ਦਾ ਜਨਮ ਹੁੰਦਾ ਤੇ ਨਾ ਹੀ ਨਾਸ਼ ਹੁੰਦਾ। ਇੱਕ ਰਸ ਸਦਾ ਰਹਿਓ ਸੋ ਪ੍ਰਕਾਸ਼। ਉਹ ਇੱਕ ਰਸ ਰਹਿੰਦਾ ਹਮੇਸ਼ਾ ਤੇ ਸਦਾ ਪ੍ਰਕਾਸ਼ ਰੂਪ ਹੋ ਕੇ ਵਰਤਦਾ ਹੈ। ਜਾਂ ਤੇ ਕਾਲ ਪ੍ਰਛੇਦ ਨ ਕੋਏ। ਇਸ ਕਰਕੇ ਉਸ ਨੂੰ ਕਾਲ ਦੁਆਰਾ ਵੀ ਪ੍ਰਛੇਦਿਤ ਨਹੀਂ ਕੀਤਾ ਜਾ ਸਕਦਾ, ਤਾਂ ਤੇ ਕਾਲ ਕਰਕੇ ਵੀ ਉਹ ਪ੍ਰਛੇਦਨ ਨਹੀਂ ਹੁੰਦਾ। ਅਕਰੈ ਅਚਲ ਕੂਟ ਸਮ ਸੋਏ। ਫਿਰ ਤੀਸਰਾ ਚੱਲਿਆ ਵਸਤੂ। ਪਰਮਾਤਮਾ ਅਕਰੈ। ਅਕਰੈ ਦਾ ਮਤਲਬ ਵੀ ਸਭ ਕੁਝ ਕਰਨ ਤੋਂ ਬਾਅਦ ਵੀ ਅਕਰੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਰਤਾ ਵੀ ਹੈ, ਫਿਰ ਅਕਰੈ। ਕਰਕੇ ਫਿਰ ਆਪ ਕੁਝ ਵੀ ਨਹੀਂ ਕਰਦਾ, ਨਾਲੇ ਕਰਦਾ ਵੀ ਹੈ, ਫਿਰ ਅਕਰੈ ਵੀ ਹੈ। ਆਖਿਆ ਹੈ ਜਮਨਾ, ਜੇ ਮੈਂ ਗ੍ਰਸਤੀ ਹਾਂ ਤੇ ਰਸਤਾ ਦੇ ਦੇ, ਭੋਗੀ ਹਾਂ ਤਾਂ ਰਸਤਾ ਦੇ ਦਿੰਦੀ ਹੈ ਜਮਨਾ। ਫਿਰ ਵਾਪਸੀ, ਜੇ ਮੈਂ ਬ੍ਰਹਮਚਾਰੀ ਹਾਂ ਤੇ ਰਸਤਾ ਦੇ ਦੇ, ਜਮਨਾ ਫਿਰ ਰਸਤਾ ਦੇ ਦਿੰਦੀ। ਆਖਿਆ ਮਹਾਰਾਜ ਵੀ ਜਾਂਦਿਆਂ ਵੀ ਰਸਤਾ ਦੇ ਦਿੱਤਾ, ਗ੍ਰਸਤੀ ਕਿਹਾ, ਆਉਂਦਿਆਂ ਬ੍ਰਹਮਚਾਰੀ ਕਹਿ ਰਹੇ ਹੋ ਤਾਂ ਵੀ ਰਸਤਾ ਦੇਈ ਜਾਂਦੀ ਹੈ। ਇਹਦਾ ਮਤਲਬ ਹੈ ਕਿ ਪ੍ਰਮਾਤਮਾ ਕਰਨ ਤੋਂ ਬਾਅਦ ਵੀ ਅਕਰਾ ਹੈ। ਫਿਰ ਅਚਲ ਕੂਟ ਸਮ ਸੋਏ, ਉਹਨੂੰ ਫਿਰ ਕਿਸੇ ਨੇ ਕੀਤਾ ਨਹੀਂ ਹੋਇਆ। ਅਚਲ ਕੂਟ ਦਾ ਮਤਲਬ ਹੁੰਦਾ ਜਾਂਦਾ ਪ੍ਰਮਾਤਮਾ ਵੀ ਉਹ ਅਚਲ ਹੈ ਔਰ ਇੱਕ ਸਮਾਨ ਰਹਿਣ ਵਾਲਾ ਹੈ। ਸਰਬ ਆਤਮਾ ਸਭ ਮੈਂ ਬਾਸਾ। ਉਹ ਸਾਰਿਆਂ ਦੀ ਆਤਮਾ ਵੀ ਹੈ ਔਰ ਸਾਰਿਆਂ ਵਿੱਚ ਆਤਮਾ ਰੂਪ ਹੋ ਕੇ ਵਸਦਾ ਹੈ। ਸਰਬ ਆਧਾਰ ਸਮਸਤ ਪ੍ਰਕਾਸ਼ਾ। ਸਾਰਿਆਂ ਦਾ ਆਸਰਾ ਹੈ ਔਰ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ, ਸਭ ਦਾ ਪ੍ਰਕਾਸ਼ਕ ਹੈ। ਜਾਂ ਤੇ ਵਸਤ ਪ੍ਰਛੇਦ ਨ ਕੋਈ। ਇਸ ਕਰਕੇ ਕੋਈ ਖਾਸ ਵਸਤੂ ਪ੍ਰਛੇਦ ਨਹੀਂ ਉਸ ਦੇ ਉੱਤੇ ਲਾਗੂ ਹੁੰਦੀ। ਉਹ ਇਸ ਕਰਕੇ ਵਸਤੂ ਤੋਂ ਵੀ ਰਹਿਤ ਹੈ। ਤੀਨੋਂ ਤੇ ਪਰ ਛਿੰਨ ਨ ਹੋਈ। ਉਹ ਇਹਨਾਂ ਤਿੰਨਾਂ ਕਰਕੇ ਪਰਛਿੰਨ ਨਹੀਂ ਹੁੰਦਾ, ਭਾਵ ਦੇਸ਼ ਕਾਲ ਵਸਤੂ ਦੇ ਛੇਦ ਤੋਂ ਰਹਿਤ ਹੈ। ਉਹਦੇ 'ਚ ਤਿੰਨੇ ਛੇਦ ਨਹੀਂ। ਪਰਛੇਦ ਦਾ ਮਤਲਬ ਜਿਹਦੇ 'ਚ ਤਿੰਨੇ ਛੇਦ ਨਹੀਂ, ਨਾ ਉਹਦੇ 'ਚ ਦੇਸ਼ ਹੈ, ਨਾ ਉਹ ਕਿਸੇ ਕਾਲ ਵਿੱਚ ਹੈ, ਨਾ ਉਹ ਕਿਸੇ ਵਸਤੂ ਸਵਰੂਪ ਕਰਕੇ ਉਸ ਨੂੰ ਜਾਣਿਆ ਜਾ ਸਕਦਾ ਹੈ। ਉਹ ਦੇਸ਼ ਕਾਲ ਵਸਤੂ ਤਿੰਨਾਂ ਤੋਂ ਰਹਿਤ ਹੈ। ਦੋਹਰਾ ਆਸ਼ਰੈ ਵਿਖੇ ਅਗਿਆਨ ਕੋ ਹੋਤ ਬ੍ਰਹਮ ਹੀ ਏਕ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਥੋੜਾ ਜਿਹਾ ਹੋਰ ਸੂਖਸ਼ਮ ਭੇਦ ਦੱਸਦੇ। ਕਹਿੰਦੇ ਭਾਈ ਜਿਹੜਾ ਇਹ ਅਗਿਆਨ ਹੈ, ਦਰਅਸਲ ਇਹ ਅਗਿਆਨ ਬਣਿਆ ਕਿਵੇਂ? ਸਿੰਘਾਂ ਪੁੱਛਿਆ ਮਹਾਰਾਜ ਜੀ ਦੱਸੋ ਕਿਵੇਂ ਬਣਿਆ? ਕਹਿੰਦੇ ਆ ਬ੍ਰਹਮ ਦੇ ਆਸਰੇ ਹੀ ਬਣਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਜਿਹੜਾ ਅਗਿਆਨ ਹੈ ਇਹ ਬ੍ਰਹਮ ਦੇ ਆਸ਼ਰਿਤ ਹੀ ਬਣਿਆ। ਬ੍ਰਹਮ ਨੇ ਇਹਨੂੰ ਬਣਾਇਆ, ਉਹਦੇ ਆਸ਼ਰਿਤ ਬਣ ਕੇ ਸੁਨੀਏ ਜੁਤ ਦ੍ਰਿਸ਼ਟਾਂਤ ਕੇ ਕੀਜੇ ਬੌਰ ਬਬੇਕ। ਉਹਦੇ ਤੋਂ ਬਣ ਕੇ ਫਿਰ ਉਸੇ ਨੂੰ ਹੀ ਢੱਕ ਲੈਂਦਾ। ਬਣਿਆ ਪ੍ਰਮਾਤਮਾ ਤੋਂ ਹੀ, ਬ੍ਰਹਮ ਤੋਂ ਹੀ, ਤੇ ਮੁੜ ਕੇ ਬ੍ਰਹਮ ਨੂੰ ਹੀ ਢੱਕ ਲਿਆ ਇਹਨੇ।
ਹੁਣ ਕਹਿੰਦੇ ਮੈਂ ਤੁਹਾਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦਾ। ਭਾਈ ਦਇਆ ਸਿੰਘ ਜੀ ਕਹਿੰਦੇ ਦ੍ਰਿਸ਼ਟਾਂਤ ਦੇ ਕੇ, ਉਦਾਹਰਣ ਦੇ ਕੇ ਤੁਹਾਨੂੰ ਸਮਝਾਉਂਦਾ ਹਾਂ। ਉਹ ਤੁਸੀਂ ਧਿਆਨ ਨਾਲ, ਇਕਾਗਰਤਾ ਨਾਲ ਸੁਣੋ ਕਿ ਬ੍ਰਹਮ ਤੋਂ ਅਗਿਆਨ ਕਿਵੇਂ ਬਣਿਆ ਤੇ ਅਗਿਆਨ ਫਿਰ ਕਿਵੇਂ ਬ੍ਰਹਮ ਨੂੰ ਢੱਕ ਲੈਂਦਾ। ਸੁਣੋ ਜੀ। ਚੌਪਈ ਜਿਮ ਕੋ ਛਟਕੇ ਵਿੱਚ ਅੰਧੇਰਾ। ਜਿਵੇਂ ਕੋਠਾ ਬਣਾਇਆ ਜਾਂਦਾ ਨਾ, ਮਕਾਨ ਬਣਦਾ, ਜਦੋਂ ਮਕਾਨ ਬਣਦਾ, ਕੋਠਾ ਬਣਦਾ ਤੇ ਕੋਠੇ ਦੇ ਦਰਵਾਜ਼ੇ ਬਾਰੀਆਂ ਸਭ ਬੰਦ ਕਰ ਦਿਓ ਤੇ ਅੰਦਰ ਕੀ ਹੋ ਜਾਏਗਾ? ਹਨੇਰਾ। ਉਹ ਹਨੇਰਾ ਕਿਹਨੇ ਬਣਾਇਆ? ਆਪਣੇ ਆਪ ਦਾ ਨਹੀਂ ਬਣਿਆ, ਉਹ ਹਨੇਰਾ ਕੋਠੇ ਨੇ ਬਣਾਇਆ। ਉਹ ਜਿਹੜਾ ਕੋਠਾ ਬਣਿਆ, ਜਿਹੜਾ ਉਹ ਮਕਾਨ ਬਣਿਆ, ਜਦੋਂ ਬੂਹੇ ਬਾਰੀਆਂ ਸਭ ਆਲੇ ਦੁਆਲੇ ਬੰਦ ਹੋ ਗਏ, ਅੰਦਰ ਹਨੇਰਾ ਹੋਇਆ, ਉਹ ਹਨੇਰਾ ਕੋਠੇ ਨੇ ਪੈਦਾ ਕੀਤਾ, ਬਣਾਇਆ। ਛਾਦਨ ਕੀ ਨਸ ਪਰੇ ਨਾਹੇਰਾ। ਫਿਰ ਉਹ ਕੋਠੇ ਨੇ ਹੀ ਬਣਾਇਆ ਤੇ ਮੁੜ ਕੇ ਕੋਠੇ ਨੂੰ ਹੀ ਢੱਕ ਲਿਆ, ਅੰਦਰ ਦਿਸਦਾ ਹੀ ਨਹੀਂ ਕੁਝ, ਉਹ ਕੋਠੇ ਨੂੰ ਹੀ ਨਹੀਂ ਦਿਸਣ ਦਿੰਦਾ। ਹਨੇਰਾ ਜਦੋਂ ਹੋ ਗਿਆ ਬਿਲਕੁਲ, ਕੋਠੇ ਦੇ ਵਿੱਚ ਕੀ ਆ, ਉਹਦੀਆਂ ਕੰਧਾਂ ਵੀ ਨਹੀਂ ਦਿਸਦੀਆਂ, ਹਨੇਰੇ ਵਿੱਚ ਆਲੇ ਦੁਆਲੇ ਕੁਝ ਵੀ ਨਹੀਂ ਦਿਸਦਾ। ਹੈ ਜੀ। ਕਹਿੰਦੇ ਏਦਾਂ ਬ੍ਰਹਮ ਤੋਂ ਹੀ ਅਗਿਆਨ ਬਣਿਆ। ਅਗਿਆਨ ਬਣ ਕੇ ਫਿਰ ਉਸੇ ਬ੍ਰਹਮ ਨੂੰ ਹੀ ਢੱਕ ਲਿਆ। ਜਿਵੇਂ ਕੋਠੇ ਤੋਂ ਹਨੇਰਾ ਬਣਿਆ ਤੇ ਮੁੜ ਕੇ ਹਨੇਰੇ ਨੇ ਕੋਠੇ ਨੂੰ ਹੀ ਢੱਕ ਲਿਆ, ਪਰ ਬਣਿਆ ਤਾਂ ਬ੍ਰਹਮ ਦੇ ਆਸ਼ਰਿਤ। ਤੇ ਜਦੋਂ ਬ੍ਰਹਮ ਦੇ ਆਸ਼ਰਿਤ ਹੋ ਕੇ ਬਣਿਆ, ਉਹਦੇ ਵਿੱਚ ਵੀ ਤਾਂ ਫਿਰ ਬ੍ਰਹਮ ਹੀ ਹੈ ਨਾ। ਹਨੇਰੇ ਕਰਕੇ ਨਹੀਂ ਦਿਸਦਾ ਬ੍ਰਹਮ, ਹੈ ਤਾਂ ਅੰਦਰ ਬ੍ਰਹਮ ਹੀ ਹੈ ਨਾ। ਕੋਠਾ ਤਾਂ ਹੈ ਪਰ ਹਨੇਰੇ ਕਰਕੇ ਨਹੀਂ ਦਿਸਦਾ, ਪਰ ਇਹਦਾ ਮਤਲਬ ਇਹ ਤੇ ਨਹੀਂ ਵੀ ਕੋਠਾ ਨਹੀਂ ਹੈ। ਜਦੋਂ ਉਸ ਹਨੇਰੇ ਵਿੱਚ ਕੋਠਾ ਦਿਸਦਾ ਹੈ, ਯਾਨੀ ਕਿ ਉਸ ਅਗਿਆਨ ਦੇ ਵਿੱਚ ਉਸ ਦਾ ਆਸਰਾ ਬ੍ਰਹਮ ਦਿਸਦਾ ਹੈ, ਉਹਨੂੰ ਵੇਖ ਕੇ ਕਲਗੀਧਰ ਪਾਤਸ਼ਾਹ ਲਿਖਦੇ ਹੈ, ਨਮੋ ਅੰਧਕਾਰੇ। ਕਦੇ ਸੁਣਿਆ ਕਿਸੇ ਨੇ ਵੀ ਅੰਧਕਾਰ ਨੂੰ ਵੀ ਮੱਥਾ ਟੇਕਿਆ ਹੋਵੇ? ਹੁਣ ਕੋਈ ਸਵਾਲ ਨਾ ਕਰੇਗਾ, ਸਾਨੂੰ ਪੁੱਛੇਗਾ ਨਾ ਕੋਈ ਵੀ ਤੁਹਾਡੇ ਗੁਰੂ ਜੀ ਕਿਹੋ ਜਿਹੇ ਸੀ ਜਿਹੜੇ ਅੰਧਕਾਰ ਨੂੰ ਵੀ ਮੱਥਾ ਟੇਕਦੇ ਆ? ਉਹ ਕਹਿੰਦੇ ਆ ਨਮੋ ਅੰਧਕਾਰੇ। ਫਿਰ ਆਹ ਬਚਨ ਸੁਣੇ ਹੋਣਗੇ, ਆਪਾਂ ਜਵਾਬ ਦੇ ਸਕਦੇ ਹਾਂ ਵੀ ਕਿਉਂ ਮੱਥਾ ਟੇਕਿਆ ਅੰਧਕਾਰ ਨੂੰ? ਕਿਉਂਕਿ ਉਹ ਅੰਧਕਾਰ ਬ੍ਰਹਮ ਦੇ ਆਸ਼ਰਿਤ ਹੈ। ਉਸ ਬ੍ਰਹਮ ਨੂੰ ਮੱਥਾ ਟੇਕਦੇ ਆ ਵੀ ਇਹ ਅੰਧਕਾਰ, ਤੂੰ ਜਿਸ ਦੇ ਆਸ਼ਰਿਤ ਹੈ, ਮੇਰੀ ਉਹਨੂੰ ਨਮਸਕਾਰ ਹੈ। ਜਿਹਨੇ ਤੈਨੂੰ ਪੈਦਾ ਕੀਤਾ, ਮੈਂ ਉਹਨੂੰ ਨਮਸਕਾਰ ਕਰਦਾ ਹਾਂ। ਤੋ ਇੱਥੇ ਪ੍ਰਮਾਣ ਦਿੰਦੇ, ਕਹਿੰਦੇ ਕੋਠਾ ਬਣ ਗਿਆ, ਕੋਠੇ ਦੇ ਵਿੱਚ ਜਿਹੜਾ ਹਨੇਰਾ ਹੈ ਉਹ ਮੁੜ ਕੇ ਫਿਰ ਕੋਠੇ ਨੂੰ ਹੀ ਢੱਕ ਲੈਂਦਾ, ਕੋਠੇ ਨੂੰ ਦੇਖਣ ਨਹੀਂ ਦਿੰਦਾ। ਕੋਸ਼ਟ ਕਰਿਓ ਵਿਖੇ ਤਮ ਹੋਏ। ਹੁਣ ਉਹ ਕੋਠੇ ਨੇ ਹੀ ਆਪਣੇ ਅੰਦਰ ਉਹ ਹਨੇਰਾ ਪੈਦਾ ਕੀਤਾ ਸੀ। ਦਿਖਬੇ ਮੈਨੇ ਆਵਤ ਸੋਏ। ਪਰ ਉਸ ਹਨੇਰੇ ਕਰਕੇ ਉਹ ਜਿਹੜਾ ਕੋਠਾ, ਉਹ ਮਕਾਨ ਹੈ, ਉਹ ਦਿਸਣ ਵਿੱਚ ਨਹੀਂ ਆਉਂਦਾ, ਨਹੀਂ ਦਿਸਦਾ। ਅਰ ਕੋਸ਼ਟਈ ਆਸ਼ਰੇ ਤਮ ਕੋ। ਪਰ ਉਹ ਹਨੇਰਾ ਆਪਣੇ ਆਪ ਤਾਂ ਨਹੀਂ ਰਹਿ, ਜਿੰਨਾ ਚਿਰ ਉਹ ਕੋਠਾ ਉਦੋਂ ਤੱਕ ਹਨੇਰਾ। ਉਸ ਕੋਠੇ ਦੇ ਆਸਰੇ ਉਹ ਹਨੇਰਾ, ਜੇ ਕੋਠਾ ਕੰਧਾਂ ਪਾਸੇ ਕਰ ਦਿਓ ਫਿਰ ਹਨੇਰਾ ਰਹੇਗਾ ਭਲਾ? ਉਸ ਕੋਠੇ ਦੇ ਆਸ਼ਰਿਤ ਹੀ ਉਹ ਅੰਧਕਾਰ ਹੈ, ਉਹ ਹਨੇਰਾ ਹੈ। ਕਿਮਹੀ ਜਾਨੋ ਰੂਪ ਬ੍ਰਹਮ ਕੋ। ਇਸੇ ਤਰ੍ਹਾਂ ਬ੍ਰਹਮ ਦਾ ਰੂਪ ਵੀ ਤੁਸੀਂ ਇਸੇ ਤਰ੍ਹਾਂ ਜਾਣ ਲਓ ਵੀ ਉਹ ਕੋਠੇ ਦੇ ਸਮਾਨ ਜਦੋਂ ਹੁੰਦਾ ਹੈ, ਉਹ ਆਪਣੇ ਅੰਦਰ ਅਗਿਆਨ ਨੂੰ ਜਨਮ ਦਿੰਦਾ ਹੈ। ਅਗਿਆਨ ਪੈਦਾ ਹੁੰਦਾ ਉਸੇ ਬ੍ਰਹਮ ਦੇ ਆਸ਼ਰੇ। ਤਿਸ ਤੇ ਹੀ ਉਪਜਿਓ ਅਗਿਆਨ। ਉਸੇ ਬ੍ਰਹਮ ਤੋਂ ਹੀ ਇਹ ਅਗਿਆਨ ਉਪਜਿਆ ਹੈ। ਜਾਂ ਤੇ ਆਹੇ ਆਸਰੋ ਜਾਨ। ਇਸ ਕਰਕੇ ਇਸ ਅਗਿਆਨ ਦਾ ਆਸਰਾ ਬ੍ਰਹਮ ਹੀ ਹੈ। ਬ੍ਰਹਮ ਦੇ ਆਸਰੇ ਇਹ ਅਗਿਆਨ ਹੈ। ਬ੍ਰਹਮ ਕੋ ਲਖਨ ਦੇਤ ਨੈ ਸੋਏ। ਇਹ ਜਿਹੜਾ ਅਗਿਆਨ ਹੈ, ਜਿਹਦੇ ਆਸਰੇ ਆ, ਉਹਨੂੰ ਹੀ ਨਹੀਂ ਜਾਣ ਦਿੰਦਾ। ਜਿਵੇਂ ਕੋਠੇ ਨੂੰ ਨਾ ਹਨੇਰਾ ਨਹੀਂ ਵੇਖਣ ਦਿੰਦਾ, ਏਦਾਂ ਅਗਿਆਨ ਬ੍ਰਹਮ ਦੇ ਆਸਰੇ ਆ, ਪਰ ਬ੍ਰਹਮ ਨੂੰ ਵੇਖਣ ਨਹੀਂ ਦਿੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬ੍ਰਹਮ ਕੋਲ ਹੈ ਸਾਹਮਣੇ, ਪਰ ਇਹ ਹਨੇਰਾ ਜਿਹੜਾ ਅਗਿਆਨ ਦਾ, ਇਹ ਦਿਸਣ ਨਹੀਂ ਦਿੰਦਾ। ਕਿਉਂ? ਇਹ ਅਗਿਆਨ ਵੀ ਉਸੇ ਦੇ ਆਸਰੇ ਤੇ ਹੈ। ਜਾਂ ਤੇ ਵਿਸ਼ੇ ਬ੍ਰਹਮ ਹੀ ਹੋਏ। ਇਸ ਕਰਕੇ ਵਿਸ਼ੇ ਤਾਂ ਬ੍ਰਹਮ ਹੀ ਹੈ। ਦ્વੈ ਸ਼ਕਤੀ ਧਾਰ ਤੇ ਅਗਿਆਨ। ਜਦੋਂ ਬ੍ਰਹਮ ਦੇ ਆਸ਼ਰਿਤ ਅਗਿਆਨ ਪੈਦਾ ਹੁੰਦਾ, ਉਸ ਅਗਿਆਨ ਦੇ ਵਿੱਚ ਦੋ ਸ਼ਕਤੀਆਂ ਪੈਦਾ ਹੁੰਦੀਆਂ। ਅਗਿਆਨ ਵਿੱਚ ਫਿਰ ਦੋ ਸ਼ਕਤੀਆਂ ਅੱਗੇ ਜਿਹੜੀਆਂ
ਬ੍ਰਹਮ ਦੇ ਆਸ਼ਰਿਤ, ਕਿਉਂਕਿ ਕੋਠੇ ਤੋਂ ਹਨੇਰਾ ਬਣਿਆ, ਪਰਮਾਤਮਾ ਤੋਂ ਬ੍ਰਹਮ ਤੋਂ ਅਗਿਆਨ ਬਣਿਆ। ਫਿਰ ਉਹ ਅਗਿਆਨ ਦੀਆਂ ਅੱਗੇ ਦੋ ਸ਼ਕਤੀਆਂ ਨੇ। ਜਦੋਂ ਇਹ ਕਥਾ ਸ਼ੁਰੂ ਹੋਈ ਸੀ, ਮੇਰੇ ਖਿਆਲ ਸ਼ਾਇਦ 16-17 ਦਿਨ ਹੋ ਗਏ, ਅੱਜ 18 ਦਿਨ। ਜਿਸ ਦਿਨ ਸ਼ੁਰੂ ਹੋਈ ਸੀ ਉਸ ਦਿਨ ਬਚਨ ਆਇਆ ਸੀ ਅਗਿਆਨ ਦਾ ਸਵਰੂਪ ਕੀ। 15 ਸਵਾਲ ਪੁੱਛੇ ਸੀ ਨਾ ਵੀ ਅਗਿਆਨ ਕੀ ਹੈ। ਉੱਥੇ ਉਨੀ ਉਹ ਗੱਲ ਨਹੀਂ ਸੀ ਖੁੱਲੀ। ਇੱਥੇ ਭਾਈ ਸਾਹਿਬ ਨੇ ਬੜੇ ਸੋਹਣੇ ਢੰਗ ਨਾਲ, ਬੜੇ ਉਹ ਸ਼ਾਸਤਰੀ ਤਰੀਕੇ ਨਾਲ ਸਮਝਾਇਆ ਸੀ, ਵਿਦਵਾਨਾਂ ਦੇ ਪੱਧਰ ਦੇ ਨਾਲ। ਇਹ ਸਾਡੇ ਵਰਗੇ ਜਿਹੜੇ ਜਗਿਆਸੂ ਨੇ ਉਹਨਾਂ ਨੂੰ ਸੌਖੇ ਤਰੀਕੇ ਨਾਲ ਸਮਝਾ ਰਹੇ ਨੇ, ਸਰਲ ਤਰੀਕੇ ਨਾਲ। ਉੱਥੇ ਕਿਹਾ ਸੀ ਬਿਨ ਆਕਾਰ ਬਿਨ ਜਨਮ ਅਨਾਦਿ ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ। ਵੀ ਜਿਹੜਾ ਅਗਿਆਨ ਹੈ ਇਹਦਾ ਨਾ ਕੋਈ ਆਕਾਰ ਹੈ, ਨਾ ਕੋਈ ਰੂਪ ਹੈ, ਅਨਾਦਿ ਹੈ, ਪਤਾ ਨਹੀਂ ਕਦੋਂ ਦਾ ਹੈ, ਬ੍ਰਹਮ ਦੇ ਵਿੱਚ ਹੀ ਰਹਿੰਦਾ। ਇੱਥੇ ਹੁਣ ਉਦਾਹਰਣ ਦੇ ਕੇ ਸਮਝਾ ਦਿੱਤਾ, ਕਿੱਡਾ ਸੌਖੇ ਜਿਹੇ ਢੰਗ ਨਾਲ ਸਮਝਾ ਦਿੱਤਾ। ਇਹਦੇ ਤੋਂ ਸਰਲ ਤਰੀਕਾ ਤਾਂ ਨਹੀਂ ਨਾ ਹੋਰ ਹੋ ਸਕਦਾ। ਕਹਿੰਦੇ ਜਦੋਂ ਬ੍ਰਹਮ ਤੋਂ ਅਗਿਆਨ ਪੈਦਾ ਹੋਇਆ, ਫਿਰ ਉਹ ਅਗਿਆਨ ਵਿੱਚ ਦੋ ਸ਼ਕਤੀਆਂ ਜਿਹੜੀਆਂ ਨੇ ਉਹ ਪੈਦਾ ਹੋਈਆਂ। ਇੱਕ ਆਵਰਨ ਵਿਖੇਪੈ ਆਨ। ਉਹਦੇ ਵਿੱਚ ਇੱਕ ਸ਼ਕਤੀ ਹੈ ਅਵਰਨ ਸ਼ਕਤੀ, ਉਹਨੂੰ ਕਹਿੰਦੇ ਆ ਅਵਰਨ ਸ਼ਕਤੀ। ਹਾਂਜੀ, ਆਵਰਨ ਸ਼ਕਤੀ। ਹੁਣ ਇਹ ਅਵਰਨ ਸ਼ਕਤੀ, ਅਵਰਨ ਦਾ ਮਤਲਬ ਹੁੰਦਾ ਪਰਦਾ। ਅਗਿਆਨ ਦੇ ਵਿੱਚ ਇੱਕ ਸ਼ਕਤੀ ਪੈਦਾ ਹੋਈ, ਉਹਨੂੰ ਕਹਿੰਦੇ ਨੇ ਪਰਦਾ, ਅਵਰਨ। ਉਹ ਕੀ ਆ ਸੁਣੋ ਭਾਈ। ਬ੍ਰਹਮ ਕਰਿਓ ਆਛਾਦਨ ਜਾਏ। ਉਹ ਸ਼ਕਤੀ ਕੀ ਹੈ ਵੀ ਉਹਨੇ ਬ੍ਰਹਮ ਨੂੰ ਹੀ ਢੱਕ ਲਿਆ। ਜਿਵੇਂ ਕੋਠੇ ਤੋਂ ਹਨੇਰਾ ਬਣਿਆ ਤੇ ਹਨੇਰੇ ਨੇ ਮੁੜ ਕੇ ਕੋਠੇ ਨੂੰ ਹੀ ਢੱਕ ਲਿਆ, ਉਹਨੂੰ ਅਵਰਨ ਕਹਿੰਦੇ ਆ, ਅਵਰਨ ਸ਼ਕਤੀ। ਜਿਵੇਂ ਕਹਿੰਦੇ ਨਾ ਪਰਦਾ ਪਾ ਦੇਣਾ, ਅਵਰਨ ਪਰਦਾ ਪਾ ਕੇ ਕੱਜ ਦੇਣਾ, ਢੱਕ ਦੇਣਾ। ਅਗਿਆਨ ਪੈਦਾ ਹੋਇਆ ਬ੍ਰਹਮ ਤੋਂ, ਉਹਦੇ ਚ ਦੋ ਸ਼ਕਤੀਆਂ ਪੈਦਾ ਹੋਈਆਂ। ਇੱਕ ਅਵਰਨ ਸ਼ਕਤੀ ਪੈਦਾ ਹੋਈ, ਉਹਨੇ ਬ੍ਰਹਮ ਨੂੰ ਹੀ ਢੱਕ ਲਿਆ, ਬ੍ਰਹਮ ਦੇ ਸਰੂਪ ਦੇ ਉੱਤੇ ਹੀ ਉਹਨੇ ਪਰਦਾ ਪਾ ਦਿੱਤਾ, ਸਾਨੂੰ ਵੇਖਣ ਨਹੀਂ ਦਿੱਤਾ। ਹਾਂਜੀ, ਜਿਸ ਤੇ ਜਾਣ ਸਕੇ ਕਿਮ ਨਾਏ। ਜਿਸ ਨਾਲ ਵੀ ਜਾਣ ਹੀ ਨਾ ਸਕੇ ਕੋਈ ਬ੍ਰਹਮ ਬਾਰੇ, ਇਹੋ ਜਿਹਾ ਵਰਨ ਪਰਦਾ ਪਾ ਦਿੱਤਾ ਵੀ ਜਾਣ ਹੀ ਨਾ ਸਕੇ। ਤਾਂ ਹੀ ਤਾਂ ਕਹਿੰਦੇ ਆ ਕਿਹੜਾ ਰੱਬ, ਅਸੀਂ ਤਾਂ ਨਹੀਂ ਵੇਖਿਆ। ਕਈ ਕਹਿੰਦੇ ਨਹੀਂ ਹੁੰਦੇ, ਅਸੀਂ ਨਹੀਂ ਮੰਨਦੇ ਜੀ ਰੱਬ ਰੂਬ ਨੂੰ, ਕਿਹੜਾ ਰੱਬ ਹੁੰਦਾ ਹੈ, ਅਸੀਂ ਕੋਈ ਵੇਖਿਆ ਕਦੇ ਰੱਬ? ਤੂੰ ਵੇਖਿਆ? ਵੀ ਪੁੱਛਦੇ ਅੱਗੇ, ਤੂੰ ਵੇਖਿਆ ਰੱਬ ਜਿਹਨੂੰ ਤੂੰ ਮੰਨਦਾ? ਅਸੀਂ ਨਹੀਂ ਮੰਨਦੇ ਰੱਬ ਨੂੰ। ਉਹ ਕਿਉਂ ਨਹੀਂ ਮੰਨਦੇ? ਕਿਉਂਕਿ ਉਹਨਾਂ ਦੇ ਸਾਹਮਣੇ ਉਸ ਬ੍ਰਹਮ ਦੇ ਉੱਤੇ ਪਰਦਾ ਪਿਆ ਹੋਇਆ ਵਰਨ ਦਾ, ਉਹਨਾਂ ਨੂੰ ਦਿਸਣਾ ਹੀ ਨਹੀਂ ਹੈ। ਜਿਨ੍ਹਾਂ ਨੇ ਉਹ ਪਰਦਾ ਪਾਸੇ ਕਰ ਦਿੱਤਾ ਗੁਰ ਸ਼ਬਦ ਦੀ ਕਮਾਈ ਕਰਕੇ, ਉਹਨਾਂ ਆਖਿਆ ਕਿਉਂ ਨਹੀਂ ਹੈ? ਹਰਨਾਕਸ਼ ਨੇ ਕਿਹਾ ਪ੍ਰਹਿਲਾਦ ਨੂੰ, ਕਹਿੰਦਾ ਤੂੰ ਕਹਿਣਾ ਵੀ ਤੇਰਾ ਰੱਬ ਸਾਰੀਆਂ ਥਾਵਾਂ ਤੇ ਹੈ, ਆ ਤਪਦੇ ਥੰਮ 'ਚ ਹੈ ਇਹਦੇ ਵਿੱਚ ਹੈ, ਤੇ ਫਿਰ ਜੱਫਾ ਪਾ ਇਹਨੂੰ। ਭਗਤ ਪ੍ਰਹਿਲਾਦ ਜੀ ਨੂੰ ਦਿਸਦਾ, ਕਹਿੰਦੇ ਹਾਂ ਉਹ ਤਾਂ ਇਹਦੇ ਵਿੱਚ ਵੀ ਹੈ। ਉਸੇ ਥੰਮ ਨੂੰ ਪਾੜ ਕੇ ਨਿਕਲੇ ਭਗਵਾਨ ਨਰਸਿੰਘ ਜੀ, ਪਰ ਹਰਨਾਕਸ਼ ਨੂੰ ਨਜ਼ਰ ਨਹੀਂ ਆਉਂਦੇ, ਕਿਉਂਕਿ ਉਹਨੂੰ ਅਵਰਨ ਪਰਦਾ ਪਿਆ ਹੋਇਆ ਬ੍ਰਹਮ ਦੇ ਉੱਤੇ। ਹਾਂਜੀ, ਇਹ ਆਵਰਨ ਸ਼ਕਤ ਦ੍ਰਿੜ ਆਹੇ। ਇਹ ਅਵਰਨ ਸ਼ਕਤੀ ਹੈ ਔਰ ਇਹ ਬੜੀ ਮਜ਼ਬੂਤ ਹੈ, ਪੱਕੀ ਹੈ, ਇਹ ਦ੍ਰਿੜ ਹੈ। ਜਿਸ ਕੇ ਪਾਏ ਜੀਵ ਜਗ ਬਾਹੇ। ਜਿਹਦੇ ਅੰਦਰ ਇਹ ਅਵਰਨ ਸ਼ਕਤੀ ਆ ਜਾਂਦੀ ਹੈ, ਗਿਆਨ ਦੀ ਪੱਕੀ ਹੋ ਜਾਂਦੀ ਹੈ, ਉਹ ਬਾਰ-ਬਾਰ ਜੰਮਦਾ ਮਰਦਾ ਰਹਿੰਦਾ, 84 ਦੇ ਗੇੜਿਆਂ 'ਚ ਵਹੀ ਜਾਂਦਾ, ਭਟਕੀ ਜਾਂਦਾ। ਜਦੋਂ ਤੱਕ ਇਹ ਅਵਰਨ ਸ਼ਕਤੀ ਨਹੀਂ ਜਾਂਦੀ, ਉਦੋਂ ਤੱਕ ਫਿਰ ਉਹ ਵਹੀ ਜਾਂਦਾ, ਜਨਮ ਮਰਨ ਦੇ ਚੱਕਰਾਂ ਵਿੱਚ ਭਟਕਦਾ ਰਹਿੰਦਾ। ਵਿਖੇਪ ਸ਼ਕਤੀ। ਦੂਸਰੀ ਹੈ ਵਿਖੇਪ ਸ਼ਕਤੀ। ਅਗਿਆਨ ਦੀਆਂ ਦੋ ਸ਼ਕਤੀਆਂ, ਇੱਕ ਦੱਸ ਦਿੱਤੀ ਆ ਅਵਰਨ, ਦੂਜੀ ਵਿਖੇਪ ਸ਼ਕਤੀ ਆ। ਉਹ ਕੀ ਆ ਸੁਣੋ। ਪੁਨ ਨਾਨਾ ਤਵ ਦਿਖਾਵਨ ਕਰੇ। ਉਹ ਜਿਹੜਾ ਗਿਆਨ ਹੈ ਸਾਨੂੰ ਵਖਰੇਵਾਂ ਵਿਖਾਉਂਦਾ। ਇੱਕ ਤਾਂ ਉਹਨੇ ਪਰਦਾ ਪਾਇਆ, ਦੂਜਾ ਉਹਨੇ ਵਖਰੇਵਾਂ ਵਿਖਾਇਆ, ਸਾਰਿਆਂ ਵਿੱਚ ਭੇਦ ਵਿਖਾ ਦਿੱਤਾ ਵੱਖੋ ਵੱਖਰਾ। ਗੱਜ ਬਾਜੀ ਬਨ ਗਨ ਤਰੁ ਹਰੇ। ਕਿਵੇਂ ਭੇਦ ਪਾਇਆ, ਵੱਖਰਾ ਵਖਰੇਵਾਂ ਕਿਵੇਂ ਕੀਤਾ ਉਹਨੇ? ਆ ਹਾਥੀ ਹੈ, ਇਹ ਘੋੜਾ ਹੈ, ਇਹ ਜੰਗਲ ਹੈ, ਇਹ ਦਰਖਤ ਹੈ, ਇਹ ਫੁੱਲ ਨੇ, ਇਹ ਫਲ ਨੇ। ਉਹ ਭਿੰਨਤਾ ਵਿਖਾ ਦਿੱਤੀ ਨਾ, ਉਹ ਵੀ ਅਗਿਆਨ ਨੇ ਵਿਖਾਈ।
ਹਾਲਾਂਕਿ ਗੱਜ ਵਿੱਚ, ਹਾਥੀ ਵਿੱਚ, ਬਨ ਵਿੱਚ, ਦਰਖਤਾਂ ਵਿੱਚ ਜਿਹੜੀ ਚੇਤਨਾ ਹੈ ਉਹ ਸਾਰਿਆਂ ਵਿੱਚ ਇੱਕੋ ਹੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਉਹ ਜਿਹੜਾ ਅਗਿਆਨ ਹੈ ਜਿਹਨੇ ਸਾਡੇ ਅੰਦਰ ਅਵਰਨ ਸ਼ਕਤੀ ਤੋਂ ਬਾਅਦ ਵਿਖੇਪ ਸ਼ਕਤੀ ਪੈਦਾ ਕਰ ਦਿੱਤੀ ਹੈ, ਉਹਦੇ ਕਰਕੇ ਸਾਨੂੰ ਸਾਰਿਆਂ ਵਿੱਚ ਭਿੰਨਤਾ ਦਿਸਣ ਲੱਗ ਪਈ। ਭਾਈ ਕਨ੍ਹਈਏ ਨੂੰ ਨਹੀਂ ਦਿਸੀ, ਉਹਨਾਂ ਨੂੰ ਸਿੰਘਾਂ 'ਚ ਵੀ ਕਲਗੀਧਰ ਦਿਸਦੇ ਹੈ, ਉਹਨਾਂ ਮੁਸਲਮਾਨਾਂ ਵਿੱਚ ਵੀ ਕਲਗੀਧਰ ਦਿਸਦੇ ਹੈ। ਜਿੱਥੇ ਸਿੰਘਾਂ ਨੂੰ ਜਲ ਛਕਾਉਂਦੇ ਉਹਨਾਂ ਨੂੰ ਵੀ ਛਕਾ ਰਹੇ ਨੇ, ਕਿਉਂਕਿ ਉਹ ਭੇਦ ਬਿਰਤੀ ਖਤਮ ਹੋ ਗਈ। ਉਹਨੂੰ ਕਹਿੰਦੇ ਆ ਵਿਖੇਪ ਦੀ ਸ਼ਕਤੀ। ਇਹ ਵਿਖੇਪ ਕਰਕੇ ਇਹਨੂੰ ਕਹਿੰਦੇ ਆ ਭਿੰਨਤਾ ਵਿਖਾ ਦੇਣੀ। ਸ਼ਕਤੀ ਵਿਖੇਪ ਅਹੀ ਤਿਸ ਮਾਏ, ਇਹਨੂੰ ਵਿਖੇਪ ਸ਼ਕਤੀ ਕਹਿੰਦੇ। ਇਹ ਵੀ ਅਗਿਆਨ ਦੀ ਸ਼ਕਤੀ ਹੈ। ਏਕ ਰੂਪ ਕਿਮ ਜਾਣਤ ਨਾਏ, ਕਿ ਇੱਕ ਰੂਪ ਨਹੀਂ ਜਾਣਨ ਦਿੰਦੀ। ਬਹੁਤਿਆਂ ਨੂੰ ਤਾਂ 10 ਗੁਰੂ ਸਾਹਿਬਾਨ ਵੀ ਵੱਖਰੇ ਵੱਖਰੇ ਦਿਸਦੇ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਹੁਤਿਆਂ ਨੂੰ ਤਾਂ ਇਹ ਵੀ ਹੈ ਵੀ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਵੀ ਬਹੁਤਿਆਂ ਨੂੰ ਫਰਕ ਦਿਸਦਾ। ਕਿਉਂ? ਵਿਖੇਪ ਸ਼ਕਤੀ ਹੈ। ਉਹਨਾਂ ਨੂੰ 10 ਗੁਰੂ ਵੱਖੋ ਵੱਖਰੇ ਦਿਸਦੇ ਹੈ। ਜਿਨ੍ਹਾਂ ਦੀ ਵਿਖੇਪ ਸ਼ਕਤੀ ਦੂਰ ਹੋ ਗਈ ਆ ਗਿਆਨ ਦੀ, ਉਹ ਕਹਿੰਦੇ ਨਾ ਬਈ, ਕਹਿਣ ਮਾਤਰ ਕਰਕੇ 10 ਨੇ, ਹੈਣ ਇੱਕ ਹੀ। ਕੇਵਲ ਕਹਿਣ ਮਾਤਰ ਵਿੱਚ 10 ਆਉਂਦੇ ਹੈ, ਪਰ ਹੈਣ ਇੱਕੋ ਹੀ। ਜੋ ਤੋਹਾ ਜੁਗਤ ਸਾਏ, ਸਹਿ ਕਾਇਆ ਫੇਰ ਲੱਟੀ ਹੈ। ਭੱਟ ਸਾਹਿਬਾਨ ਵੀ ਕਹਿੰਦੇ ਹੈ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਉ ਤਤ ਮਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਮਹਿੰਦੀਓ। ਇੱਕ ਰੂਪ ਹੀ ਨੇ, ਕਿਤੇ ਕਿਹਾ ਵੀ ਵੱਖਰੇ ਨੇ। ਪਰ ਜਿਹੜੀ ਇਹ ਵਿਖੇਪ ਸ਼ਕਤੀ ਹੈ ਨਾ, ਇਹ ਸਾਨੂੰ ਭਿੰਨਤਾ ਵਿਖਾਉਂਦੀ ਹੈ। ਇਹ ਸਾਨੂੰ ਸਾਰਿਆਂ ਪ੍ਰਤੀ, ਇਹ ਅਗਿਆਨ ਹੀ ਹੈ ਜਿਹੜਾ ਸਾਨੂੰ ਵਖਰੇਵਾਂ ਵਿਖਾਉਂਦਾ ਹੈ। ਆ ਹਿੰਦੂ ਨੇ, ਆ ਮੁਸਲਮਾਨ ਨੇ, ਆ ਈਸਾਈ ਨੇ, ਆ ਯਹੂਦੀ ਨੇ। ਜਦੋਂ ਇਹ ਅਵਰਨ ਸ਼ਕਤੀ ਦੇ ਨਾਲ ਵਿਖੇਪ ਸ਼ਕਤੀ ਸਮਾਪਤ ਹੋ ਜਾਂਦੀ ਹੈ ਗਿਆਨ ਦੀ, ਉਦੋਂ ਫਿਰ ਦਿਸਦਾ ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਲਗੀਧਰ ਕਹਿੰਦੇ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਇੱਕ ਪਹਿਚਾਨਵੋ। ਫਿਰ ਏਕਤਾ ਦਿਸਦੀ ਹੈ। ਹਾਂਜੀ, ਸ਼੍ਰਵਣ ਮਨਨ ਨਿਧਿਆਸਨ ਦੁਆਰਾ। ਹੁਣ ਪੁੱਛਿਆ ਵੀ ਇਹ ਜਿਹੜੇ ਅਗਿਆਨ ਦੀ ਨਿਰਵਿਰਤੀ ਕਿਵੇਂ ਹੁੰਦੀ ਹੈ? ਜਿਹੜੇ ਅਗਿਆਨ ਦੀਆਂ ਇਹ ਦੋ ਸ਼ਕਤੀਆਂ ਦਸੀਆਂ, ਅਵਰਣ ਤੇ ਵਿਖੇਪ, ਇਹ ਖਤਮ ਕਿਵੇਂ ਹੁੰਦਾ? ਭਾਈ ਸਾਹਿਬ ਕਹਿੰਦੇ, ਜਦੋਂ ਅਸੀਂ ਸਰਵਣ ਮਨਨ ਤੇ ਨਿਧਿਆਸਨ ਕਰਦੇ ਹਾਂ। ਪਿੱਛੇ ਸਰਵਣ ਦਾ ਵੀ ਰੂਪ ਦੱਸਿਆ, ਨਿਧਿਆਸਨ ਕੀ ਆ ਉਹ ਵੀ ਦੱਸਿਆ, ਫਿਰ ਮਨਨ ਕੀ ਆ ਉਹ ਵੀ ਦੱਸ ਕੇ ਆਏ ਨੇ, ਸਾਖਸ਼ਾਤਕਾਰ ਵੀ ਦੱਸ ਕੇ ਆਏ ਨੇ। ਕਹਿੰਦੇ ਜਿਵੇਂ ਅਸੀਂ ਸਰਵਣ ਮਨਨ ਤੇ ਨਿਧਿਆਸਨ ਕਰਦੇ ਇਹਨਾਂ ਦੁਆਰਾ, ਜਬ ਹੋਇਓ ਸਾਖਿਆਤ ਉਧਾਰਾ, ਜਦੋਂ ਸਾਖਸ਼ਾਤਕਾਰ ਹੋ ਜਾਂਦਾ ਹੈ, ਤ੍ਰੈ ਗੁਣ ਤੀਨ ਅਵਸਥਾ ਛੋਰ, ਉਦੋਂ ਫਿਰ ਤਿੰਨੇ ਗੁਣ ਤੇ ਤਿੰਨੇ ਅਵਸਥਾਵਾਂ ਜਿਹੜੀਆਂ ਨੇ ਉਹ ਛੱਡ ਜਾਂਦੀਆਂ। ਭਾਵ ਰਜੋ ਤਮੋ ਸਤੋ ਗੁਣ ਔਰ ਜਾਗਰਤ ਸੁਪਨ ਸੁਖੋਪਤੀ ਤਿੰਨੇ ਵਿਲੈ ਹੋ ਜਾਂਦੇ ਹਨ। ਥੀਰੀ ਬ੍ਰਿਤੀ ਚੱਲ ਤੁਰਿਆ ਔਰ, ਜਿਹੜੀ ਸਾਡੀ ਬ੍ਰਿਤੀ ਹੈ ਉਹ ਫਿਰ ਤੁਰਿਆ ਵਿੱਚ ਜਾ ਕੇ ਟਿਕ ਜਾਂਦੀ। ਤੁਰਿਆ ਪਦ ਜਿਸ ਨੂੰ ਕਹਿੰਦੇ ਆ, ਜਿਹਨੂੰ ਕਹਿੰਦੇ ਨਾ ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਫਿਰ ਉਹ ਤੁਰਿਆ ਪਦ ਵਿੱਚ ਬਿਰਤੀ ਜਾ ਕੇ ਟਿਕ ਜਾਂਦੀ ਹੈ। ਆਨੰਦ ਆਤਮ ਮੈਂ ਥਿਰਤਾ ਭਈ, ਉੱਥੇ ਆਨੰਦ ਆਤਮਾ ਦੇ ਵਿੱਚ ਥਿਰਤਾ ਹੋ ਜਾਂਦੀ ਹੈ, ਬਿਰਤੀ ਆਨੰਦਮਈ ਹੋ ਜਾਂਦੀ ਹੈ। ਜਿਤ ਕਿਤ ਏਕ ਰੂਪ ਹੋਏ ਗਈ, ਫਿਰ ਤਾਂ ਸਾਰਿਆਂ ਵਿੱਚ ਇੱਕ ਰੂਪ ਹੀ ਹੋ ਗਈ ਉਹ ਬਿਰਤੀ। ਮੇਰੇ ਅੰਦਰੋਂ ਉੱਠੀ ਹੋਈ ਬਿਰਤੀ ਵਿੱਚ ਜਿਹੜਾ ਚੇਤਨ ਹੈ, ਔਰ ਜਿਸ ਨੂੰ ਵੇਖ ਰਹੇ ਆ ਸਾਹਮਣੇ ਤੁਸੀਂ ਬੈਠੇ ਹੋ, ਤੁਹਾਡੇ ਅੰਦਰ ਜਿਹੜਾ ਚੇਤਨ ਹੈ, ਉਹ ਚੇਤਨ ਚੇਤਨ ਦੋਵੇਂ ਇੱਕ ਮਿਕ ਹੋ ਗਏ। ਫਿਰ ਸਰੀਰਾਂ ਦੇ ਭੇਦ ਨਹੀਂ ਰਹੇ, ਫਿਰ ਸਾਰਿਆਂ ਵਿੱਚ ਇੱਕ ਆਤਮਾ ਸਵਰੂਪ ਹੀ ਨਜ਼ਰ ਆਉਣ ਲੱਗਾ। ਦੋਨੋਂ ਸ਼ਕਤੀ ਸਹਿਤ ਗਿਆਨ, ਇਹ ਤਾਂ ਦੋਨਾਂ ਸ਼ਕਤੀਆਂ ਦੇ ਸਹਿਤ ਅਵਰਨ ਸ਼ਕਤੀ
ਔਰ ਵਿਖੇਪ ਸ਼ਕਤੀ ਦੇ ਸਹਿਤ ਜਿਹੜਾ ਅਗਿਆਨ ਹੈ, ਗੁਰੂ ਬਾਕ ਤੇ ਕੀ ਅਸਹਾਨ। ਗੁਰੂ ਸਾਹਿਬ ਦੇ ਬਚਨਾਂ ਨਾਲ ਇਹਦਾ ਹਾਨ ਕਹੀਏ ਨਾਸ਼ ਹੁੰਦਾ ਹੈ। ਇਸ ਅਗਿਆਨ ਦੀ ਨਿਰਵਿਰਤੀ ਗੁਰੂ ਕੇ ਬਚਨਾਂ ਨਾਲ, ਗੁਰੂ ਕੀ ਬਾਣੀ ਦੁਆਰਾ ਹੁੰਦਾ ਹੈ। ਜੀਵ ਈਸ਼ ਨਦੀ ਵਾਹਾ ਰੂਪ। ਜੀਵ ਔਰ ਈਸ਼ ਇਹ ਦੋਵੇਂ ਇਸ ਤਰ੍ਹਾਂ ਨੇ ਵੀ ਜੀਵ ਵਾੜਾ ਹੈ ਔਰ ਈਸ਼ਵਰ ਨਦੀ ਹੈ। ਪਰੇ ਬੀਚ ਪੇ ਸਮੁੰਦਰ ਅਨੂਪ। ਔਰ ਜਿਹੜਾ ਬ੍ਰਹਮ ਹੈ ਉਹ ਸਮੁੰਦਰ ਸਵਰੂਪ ਹੈ, ਉਹਦੇ ਵਿੱਚ ਜਾ ਕੇ ਦੋਵੇਂ ਮਿਲ ਕੇ ਫਿਰ ਸਮੁੰਦਰ ਰੂਪ ਹੀ ਹੋ ਜਾਂਦੇ ਨੇ। ਏਦਾਂ ਜੀਵ ਤੇ ਈਸ਼ ਬ੍ਰਹਮ ਵਿੱਚ ਮਿਲ ਕੇ ਫਿਰ ਬ੍ਰਹਮ ਰੂਪ ਹੀ ਹੋ ਜਾਂਦੇ ਹਨ। ਜਹਤੀ ਤੇ ਨਾ ਏਕਤਾ ਬਨੇ। ਹੁਣ ਖਾਲਸਾ ਜੀ ਇੱਕ ਲਕਸ਼ਣਾ ਬਿਰਤੀ ਹੁੰਦੀ ਹੈ, ਉਹ ਤਿੰਨ ਤਰ੍ਹਾਂ ਦੀ ਹੁੰਦੀ, ਇੱਕ ਜੈਤੀ ਹੁੰਦੀ ਹੈ, ਦੂਸਰੀ ਅਜੈਤੀ ਲਕਸ਼ਣਾ ਬਿਰਤੀ ਹੁੰਦੀ ਹੈ, ਤੀਸਰੀ ਭਾਗ ਤਿਆਗ ਲਕਸ਼ਣਾ ਬਿਰਤੀ। ਇਹਨੂੰ ਜੈਤੀ ਅਜੈਤੀ ਲਕਸ਼ਣਾ ਬਿਰਤੀ ਵੀ ਕਹਿੰਦੇ ਆ। ਵੇਖੋ ਭਾਈ ਸਾਹਿਬ ਕਿੰਨਾ ਤਰਸ ਕਰ ਰਹੇ ਭਾਈ ਦਇਆ ਸਿੰਘ ਜੀ। ਸਾਨੂੰ ਸ਼ਾਸਤਰਾਂ ਵਿੱਚ ਜਿਹੜੀਆਂ ਇਹ ਬਿਰਤੀਆਂ ਦੱਸੀਆਂ ਗਈਆਂ ਨੇ ਉਹਨਾਂ ਨੂੰ ਬੜੇ ਸਰਲ ਲਫ਼ਜ਼ਾਂ ਦੇ ਵਿੱਚ ਮੋਟਾ ਜਿਵੇਂ ਨਹੀਂ ਕਹਿੰਦੇ ਵੀ ਪੜ੍ਹਾ ਰਹੇ ਨੇ, ਸਾਨੂੰ ਦੱਸ ਰਹੇ ਨੇ। ਜਿਹੜੀ ਇਹ ਜਹਤੀ ਲਕਸ਼ਣਾ ਬਿਰਤੀ ਹੈ ਜਾਂ ਫਿਰ ਅਜਹਤੀ ਲਕਸ਼ਣਾ ਬਿਰਤੀ ਹੈ, ਇਹ ਜੀਵ ਈਸ਼ਵਰ ਤੇ ਬ੍ਰਹਮ ਦੀ ਏਕਤਾ ਵਿੱਚ ਲਾਗੂ ਨਹੀਂ ਹੁੰਦੀਆਂ। ਜੀਵ ਈਸ਼ਵਰ ਤੇ ਬ੍ਰਹਮ ਦੀ ਏਕਤਾ ਵਿੱਚ ਜਿਹੜੀ ਬਿਰਤੀ ਕੰਮ ਕਰਦੀ ਹੈ ਉਹਨੂੰ ਕਹਿੰਦੇ ਆ ਭਾਗ ਤਿਆਗ ਲਕਸ਼ਣਾ ਬਿਰਤੀ। ਹੁਣ ਪਹਿਲਾਂ ਜੈਤੀ ਜਿਹੜੀ ਹੈ ਉਹਦੇ ਦੁਆਰਾ ਏਕਤਾ ਨਹੀਂ ਬਣਦੀ। ਕਿਵੇਂ ਨਹੀਂ ਬਣਦੀ ਦੱਸਦੇ ਹਨ। ਗੰਗ ਕੋਖ ਇਕ ਤਜਬੋ ਪਨੇ। ਜਿਵੇਂ ਕਿਸੇ ਨੇ ਕਿਹਾ ਕਿ ਗਾਈ ਵਾੜਾ ਗੰਗਾ ਦੇ ਵਿੱਚ ਹੈ, ਜਾਂ ਕਿਸੇ ਨੇ ਕਹਿ ਦਿੱਤਾ ਫਲਾਣੇ ਦਾ ਘਰ ਗੰਗਾ ਵਿੱਚ ਹੈ। ਹੁਣ ਜਦੋਂ ਗੰਗਾ ਵਿੱਚ ਕਿਹਾ, ਸੁਣਨ ਵਾਲਾ ਕਹੇਗਾ ਵੀ ਗੰਗਾ ਵਿੱਚ ਤਾਂ ਤੇਜ਼ ਪਾਣੀ ਚੱਲਦਾ, ਉੱਥੇ ਘਰ ਕਿਵੇਂ ਬਣ ਗਿਆ। ਜਿਵੇਂ ਕਿ ਫਲਾਣੇ ਦਾ ਘਰ ਜੀਟੀ ਰੋਡ ਦੇ ਉੱਤੇ ਹੈ, ਕਹਿ ਨਹੀਂ ਦਿੰਦੇ ਆਪਾਂ, ਬਸ ਜੀਟੀ ਰੋਡ ਦੇ ਉੱਤੇ ਹੈ ਘਰ। ਹੁਣ ਜੀਟੀ ਰੋਡ ਤੇ ਘਰ ਹੋਵੇਗਾ ਤੇ ਗੱਡੀਆਂ ਕਿੱਥੇ ਚੱਲਦੀਆਂ ਨੇ, ਉੱਥੇ ਘਰ ਕਿਵੇਂ ਹੋ ਸਕਦਾ। ਉੱਥੇ ਫਿਰ ਛੱਡਣਾ ਪਵੇਗਾ ਕਿ ਜੀਟੀ ਰੋਡ ਤੇ ਨਹੀਂ ਹੈ, ਉਹਦੇ ਕਿਨਾਰੇ ਤੇ ਹੈ। ਯਾਨੀ ਕਿ ਜੀਟੀ ਰੋਡ ਛੱਡਣਾ ਪਏਗਾ, ਕਿਨਾਰਾ ਗ੍ਰਹਿਣ ਕਰਨਾ ਪਵੇਗਾ। ਹੁਣ ਜਦੋਂ ਇੱਕ ਸ਼ਬਦ, ਜਦੋਂ ਕਿਸੇ ਨੂੰ ਕਿਹਾ ਤਤ ਤਵੰਗਸੀ, ਤੂੰ ਬ੍ਰਹਮ ਹੈ, ਉਹਦੇ ਵਿੱਚ ਜੇ ਹੁਣ ਜੈਤੀ ਬਿਰਤੀ ਨੂੰ ਲਾਗੂ ਕਰਾਂਗੇ, ਉੱਥੇ ਫਿਰ ਵਿੱਚੋਂ ਇੱਕ ਸ਼ਬਦ ਛੱਡਣਾ ਪੈਣਾ, ਫਿਰ ਜੀਵ ਈਸ਼ ਦੀ ਬ੍ਰਹਮ ਨਾਲ ਏਕਤਾ ਨਹੀਂ ਹੋਵੇਗੀ, ਉੱਥੇ ਬਿਰਤੀ ਕੰਮ ਨਹੀਂ ਕਰੇਗੀ। ਜੀਵ ਈਸ਼ ਦੋਨੋਂ ਪਰ ਹਰੇ। ਜੇ ਜੀਵ ਤੇ ਈਸ਼ਵਰ ਦੋਨਾਂ ਦਾ ਤਿਆਗ ਕਰ ਦਈਏ, ਤਬ ਇਕਤਾ ਕੋ ਕਿਸ ਕੀ ਕਰੇ। ਤੇ ਫਿਰ ਏਕਤਾ ਕਿਹਦੀ ਕਰਨੀ ਹੈ ਬ੍ਰਹਮ ਨਾਲ। ਜੇ ਜੀਵ ਈਸ਼ ਵੀ ਤਿਆਗ ਦਿੱਤਾ ਫਿਰ ਏਕਤਾ ਕਿਵੇਂ ਹੋਵੇਗੀ। ਤਥਾ ਅਜੈਤੀ ਗ੍ਰਹਿਣ ਕਰਨ ਮੈਂ। ਹੁਣ ਦੂਜੀ ਅਜੈਤੀ ਬਿਰਤੀ ਹੁੰਦੀ ਹੈ ਜਿਹਦੇ ਚ ਫਿਰ ਕੁਝ ਐਡ ਕੀਤਾ ਜਾਏ। ਐਡ ਵੀ ਨਹੀਂ ਕਰ ਨਾ ਕੱਢ ਸਕਦੇ। ਹੁਣ ਗੁਰਬਾਣੀ ਦਾ ਕੋਈ ਸ਼ਬਦ ਅਸੀਂ ਪੜ੍ਹਿਆ, ਉਹਦੇ ਵਿੱਚੋਂ ਨਾ ਤਾਂ ਅਸੀਂ ਸ਼ਬਦ ਕੁਝ ਕੱਢ ਸਕਦੇ ਹਾਂ, ਨਾ ਉਹਦੇ 'ਚ ਆਪਣੀ ਮਰਜ਼ੀ ਨਾਲ ਕੋਈ ਐਡ ਕਰ ਸਕਦੇ। ਨਹੀਂ ਕਰ ਸਕਦੇ ਨਾ, ਇਹ ਕਿਸੇ ਨੂੰ ਵੀ ਹੱਕ ਨਹੀਂ ਹੈ, ਕਿਸੇ ਨੂੰ ਵੀ ਹੱਕ ਨਹੀਂ। ਜਿਵੇਂ ਲਿਖਿਆ ਉਦਾਂ ਅਸੀਂ ਪੜ੍ਹਦੇ ਹਾਂ। ਜੈਤੀ ਬਿਰਤੀ ਦੁਆਰਾ ਜਾਂ ਤਾਂ ਛੱਡਣਾ ਪਵੇਗਾ, ਅਜੈਤੀ ਬਿਰਤੀ ਜਿਹਦੇ ਨਾਲ ਥੋੜਾ ਜਿਹਾ ਐਡ ਕਰਨਾ ਪਵੇਗਾ। ਜਿਵੇਂ ਕਿਸੇ ਆਖਿਆ ਉਹ ਵੇਖੋ ਲਾਲ ਦੌੜਿਆ ਜਾ ਰਿਹਾ। ਹੁਣ ਕੋਈ ਆਖੇ ਵੀ ਲਾਲ ਤਾਂ ਰੰਗ ਹੁੰਦਾ, ਰੰਗ ਤਾਂ ਨਹੀਂ ਦੌੜਦਾ। ਨਹੀਂ ਬਈ, ਲਾਲ ਰੰਗ ਦਾ ਘੋੜਾ ਦੌੜਿਆ ਜਾਂਦਾ, ਘੋੜਾ ਸ਼ਬਦ ਵਿੱਚ ਐਡ ਕੀਤਾ। ਜਾਂ ਕਿਸੇ ਆਖਿਆ ਵੀ ਉਹ ਵੇਖੋ ਲਾਲ ਦੌੜਿਆ ਜਾਂਦਾ, ਲਾਲ ਤਾਂ ਨਹੀਂ, ਰੰਗ ਤਾਂ ਨਹੀਂ ਦੌੜਦਾ ਹੁੰਦਾ। ਆਖਿਆ ਨਹੀਂ ਜੀ, ਲਾਲ ਰੰਗ ਦੀ ਕਾਰ ਦੌੜੀ ਜਾ ਰਹੀ ਹੈ, ਉਹ ਨਾਲ ਐਡ ਕਰ ਲਈ ਚੀਜ਼, ਉਹਨੂੰ ਅਜੈਤੀ ਕਹਿੰਦੇ ਹਨ। ਅਜੈਤੀ ਬਿਰਤੀ ਇਸ ਦਾ ਨਾਮ ਹੈ। ਇਹ ਪੀ ਬਨੇ ਨਾ ਸੁਨੋ ਸ਼ਰਵਣ ਮੈਂ। ਇਹ ਵੀ ਨਹੀਂ ਗ੍ਰਹਿਣ ਕਰ ਸਕਦੇ, ਅਜੈਤੀ ਬਿਰਤੀ ਦਾ ਵੀ ਗ੍ਰਹਿਣ ਨਹੀਂ ਹੋ ਸਕਦਾ। ਜੀਵ ਈਸ਼ ਦੋਨੋਂ ਕੋ ਰਾਖੈ। ਕਿਉਂਕਿ ਜੀਵ ਤੇ ਈਸ਼ਵਰ ਦੋਨਾਂ ਨੂੰ ਰੱਖ ਕੇ ਔਰ ਗ੍ਰਹਿਣ ਕੈ ਕਰਨ ਪਿਲਾਖੈ। ਹੁਣ ਹੋਰ ਇਹਦੇ ਚ ਕੀ ਗ੍ਰਹਿਣ ਕਰਾਂਗੇ, ਕਿਉਂਕਿ ਜੀਵ ਈਸ਼ਵਰ ਨੂੰ ਰੱਖ ਕੇ ਬ੍ਰਹਮ ਨਾਲ ਮੇਲਣਾ। ਜੀਵ ਈਸ਼ ਔਰ ਬ੍ਰਹਮ ਵਿੱਚ ਨਾ ਕੁਝ ਤੀਜਾ ਚੌਥਾ ਐਡ ਕਰ ਸਕਦੇ ਆ, ਤੇ ਜੀਵ ਈਸ਼ ਬ੍ਰਹਮ ਦੇ ਵਿੱਚੋਂ ਨਾ ਕੋਈ ਇੱਕ ਕੱਢ ਸਕਦੇ ਹਾਂ। ਇਸ ਕਰਕੇ ਜਹਤੀ ਔਰ ਅਜਹਤੀ ਬਿਰਤੀ ਜਿਹੜੀ ਲਕਸ਼ਣਾ ਇਹਨੂੰ ਕਹਿੰਦੇ ਆ,
ਅਜਹਿਤੀ ਲਕਸ਼ਣਾ ਬਿਰਤੀ ਔਰ ਜਹਤੀ ਲਕਸ਼ਣਾ ਬਿਰਤੀ ਦੋਵੇਂ ਇਹਦੇ ਤੇ ਲਾਗੂ ਨਹੀਂ ਹੁੰਦੇ। ਅਰਥ ਨ ਸਿੱਧ ਦੋਹਨ ਤੇ ਹੋਵਾ। ਜੇ ਇਹ ਬਿਰਤੀ ਨਾਲ ਅਰਥ ਕਰਾਂਗੇ, ਇਹ ਲਕਸ਼ਣਾ ਬਿਰਤੀ ਦੇ ਨਾਲ ਅਰਥ ਕਰਾਂਗੇ, ਫਿਰ ਇਹਨਾਂ ਦੇ ਅਰਥ ਸਿੱਧ ਨਹੀਂ ਹੋਣਗੇ। ਤਬ ਸਤ ਗੁਰਨ ਤ੍ਰਿਤੀ ਪਖ ਜੋਵਾ। ਫਿਰ ਸਤਿਗੁਰੂ ਜੀ ਨੇ ਦੱਸਿਆ ਕਿ ਫਿਰ ਇਹਦੇ 'ਚ ਕਿਹੜੇ ਅਰਥ ਲਾਗੂ ਕਰੀਏ, ਕਿਹੜੀ ਲਕਸ਼ਣਾ ਨਾਲ ਅਰਥ ਕਰੀਏ। ਜੇ ਜਹਤੀ ਲਕਸ਼ਣਾ ਨਾਲ ਵੀ ਨਹੀਂ ਹੁੰਦੇ, ਅਜਹਤੀ ਲਕਸ਼ਣਾ ਨਾਲ ਵੀ ਨਹੀਂ ਹੁੰਦੇ, ਤੇ ਫਿਰ ਕਿਹੜੀ ਬਿਰਤੀ ਆ ਜਿਹਦੇ ਨਾਲ ਕਿਹੜੀ ਲਕਸ਼ਣਾ ਇਹਦੇ ਤੇ ਲਾਗੂ ਕਰਕੇ ਇਹਦੇ ਅਰਥ ਕਰੀਏ। ਫਿਰ ਸਤਿਗੁਰੂ ਜੀ ਨੇ ਤੀਜੀ ਲਕਸ਼ਣਾ ਬਿਰਤੀ ਦੱਸੀ, ਉਹਨੂੰ ਕਹਿੰਦੇ ਨੇ ਭਾਗ ਤਿਆਗ ਲਕਸ਼ਣਾ। ਲਛਣਾ ਦੋਨ ਮਿਲਾਏ ਵਿਚਾਰਾ। ਉਹ ਹੁੰਦੀ ਆ ਲਕਸ਼ਣਾ, ਦੋਵੇਂ ਮਿਲਾ ਦਿਓ, ਜਹਤੀ ਅਜਹਤੀ ਦੋਨਾਂ ਨੂੰ ਮਿਲਾ ਕੇ ਜਿਹੜੀ ਤੀਜੀ ਬਣੀ ਉਹਨੂੰ ਭਾਗ ਤਿਆਗ ਲਕਸ਼ਣਾ ਕਹਿੰਦੇ, ਤੇ ਜਹਤੀ ਅਜਹਤੀ ਲਕਸ਼ਣਾ ਵੀ ਕਹਿੰਦੇ ਹਨ। ਭਾਗ ਤਿਆਗ ਤੈ ਨਾਮ ਉਚਾਰਾ। ਉਸ ਬਿਰਤੀ ਦਾ ਨਾਮ ਭਾਗ ਤਿਆਗ ਲਕਸ਼ਣਾ ਬਿਰਤੀ ਹੈ। ਇਕਤਾ ਕਰਨ ਅਰਥ ਪਾ ਸਿੱਧ। ਕਿਉਂਕਿ ਇਹਦੇ ਨਾਲ ਜੀਵ ਈਸ਼ਵਰ ਤੇ ਬ੍ਰਹਮ ਦੀ ਏਕਤਾ ਕਰਨ ਵਿੱਚ ਅਰਥ ਸਿੱਧ ਹੁੰਦੇ ਹਨ। ਸ਼ਰੋਤਾ ਸੁਨੋ ਕਹਿਓ ਜਿਮ ਬ੍ਰਿਧ। ਇਹ ਸਰੋਤਾ ਜਨੋ ਸੁਣੋ, ਜਿਵੇਂ ਵੱਡਿਆਂ ਨੇ ਦੱਸਿਆ। ਬਿਰਧ ਦਾ ਮਤਲਬ ਜਿਵੇਂ ਵੱਡਿਆਂ ਨੇ ਦੱਸਿਆ ਵੀ ਇਹ ਬਿਰਤੀ ਨਾਲ ਕਿਵੇਂ ਅਰਥ ਸਿੱਧ ਹੁੰਦੇ ਨੇ, ਜੀਵ ਈਸ਼ਵਰ ਤੇ ਬ੍ਰਹਮ ਦਾ ਕਿਵੇਂ ਏਕਤਾ ਸਿੱਧ ਹੁੰਦੀ ਹੈ, ਉਹ ਹੁਣ ਤੁਹਾਨੂੰ ਦੱਸਦੇ ਆ ਜਿਵੇਂ ਵੱਡਿਆਂ ਨੇ ਦੱਸਿਆ ਹੈ। ਜੀਵ ਵਾਚ ਕਰ ਹੈ ਅਲਪਗ। ਜੀਵ ਦਾ ਵਾਚਿਆ ਅਰਥ ਹੈ ਅਲਪਗ। ਆਪਾਂ ਕਹਿ ਦਿੰਦੇ ਵੀ ਜੀਵ ਅਲਪਗ ਹੈ, ਅਸੀਂ ਜੀਵ ਹਾਂ ਜੀ, ਅਸੀਂ ਅਲਪਗ ਹਾਂ। ਜੀਵ ਦਾ ਵਾਚਿਆ ਅਰਥ ਅਲਪਗ ਹੈ। ਈਸ਼ਰ ਵਾਚੈ ਅਹੇ ਸਰਬਗ। ਤੇ ਜਿਹੜਾ ਈਸ਼ਵਰ ਹੈ ਉਹਦਾ ਵਾਚਿਆ ਅਰਥ ਹੈ ਸਰਬੱਗ। ਅਸੀਂ ਅਲਪਗ ਹਾਂ ਜੀਵ, ਜਿਹੜਾ ਈਸ਼ਵਰ ਹੈ ਉਹ ਸਰਬੱਗ ਹੈ, ਉਹਦਾ ਇਹ ਵਾਚਿਆ ਅਰਥ ਹੈ। ਜਨਮ ਮਰਨ ਉਰਮੀ ਤਨ ਦੋਏ। ਹੁਣ ਜਿਹੜਾ ਜੀਵ ਆ ਅਸੀਂ, ਸਾਡੇ ਵਿੱਚ 6 ਉਰਮੀਆਂ ਨੇ। 6 ਉਰਮੀਆਂ ਦਾ ਮਤਲਬ ਵੀ 6 ਔਗਣ ਵੀ ਕਹਿ ਸਕਦੇ ਇਹਨਾਂ ਨੂੰ। ਉਹ 6 ਉਰਮੀਆਂ ਕਿਹੜੀਆਂ ਨੇ? ਪਹਿਲੀਆਂ 2 ਨੇ ਜੰਮਣਾ ਤੇ ਮਰਨਾ, ਅਸੀਂ ਜੰਮਦੇ ਵੀ ਹਾਂ ਮਰਦੇ ਵੀ ਹਾਂ। ਛੋਦਾ ਤ੍ਰਿਖਾ ਪ੍ਰਾਣਨ ਕੀ ਹੋਏ। ਦੂਸਰੀਆਂ 2 ਫਿਰ ਉਰਮੀਆਂ ਨੇ ਭੁੱਖ ਲੱਗਣੀ ਤੇ ਪਿਆਸ ਲੱਗਣੀ ਸਾਡੇ ਪ੍ਰਾਣਾਂ ਨੂੰ, ਇਹ 4 ਹੋ ਗਈਆਂ। ਹਰਖ ਸੋਗ ਮਨ ਕੀ ਪਹਿਚਾਨ। ਫਿਰ 5ਵੀਂ ਹੈ ਹਰਖ ਤੇ 6ਵੀਂ ਆ ਸੋਗ, ਇਹ ਸਾਡੇ ਮਨ ਨੂੰ ਹੁੰਦੀਆਂ ਨੇ। ਇਹ 6 ਉਰਮੀਆਂ ਨੇ ਸਾਡੇ। ਪਹਿਲੇ ਤਨ ਦੀਆਂ ਨੇ ਜੰਮਣਾ ਮਰਨਾ 2 ਉਰਮੀਆਂ, ਦੂਜੀਆਂ ਭੁੱਖ ਤੇ ਪਿਆਸ ਸਾਡੇ ਪ੍ਰਾਣਾਂ ਦੀਆਂ 2 ਉਰਮੀਆਂ ਨੇ, 2 ਹੀ ਉਰਮੀਆਂ ਨੇ ਸਾਡੇ ਮਨ ਦੀਆਂ ਹਰਖ ਤੇ ਸੋਗ। ਇਹ 6 ਜਿਹੜੀਆਂ ਉਰਮੀਆਂ ਹਨ। ਇਨ ਖਟ ਸਹਿਤ ਜੀਵ ਕੋ ਮਾਨ। ਜਿਹਦੇ ਵਿੱਚ 6 ਉਰਮੀਆਂ ਨੇ ਉਹਨੂੰ ਕਿਹਾ ਜਾਂਦਾ ਜੀਵ। ਆਪਾਂ ਸਾਰੇ ਜੀਵ, ਸਾਡੇ 'ਚ 6 ਦੀਆਂ 6 ਉਰਮੀਆਂ ਹਨ। ਲక్ష్ਮੀ ਗਿਆਨ ਵਿਰਾਗ ਉਦਾਰ। ਪਰ ਈਸ਼ਵਰ ਦੇ ਵਿੱਚ 6 ਉਰਮੀਆਂ ਨਹੀਂ, ਉਹਦੇ ਵਿੱਚ 6 ਗੁਣ ਨੇ। ਕਿਹੜੇ ਕਿਹੜੇ? ਇੱਕ ਤਾਂ ਹੈ ਉਹਦੇ ਵਿੱਚ ਵੀ ਉਹਦੇ ਕੋਲ ਲక్ష్ਮੀ ਹੈ, ਉਹ ਲక్ష్ਮੀਪਤੀ ਹੈ। ਦੂਜਾ ਉਹਦੇ 'ਚ ਗਿਆਨ ਹੈ, ਤੀਜਾ ਉਹਦੇ 'ਚ ਵਿਰਾਗ ਹੈ, ਚੌਥਾ ਉਹ ਉਦਾਰ ਹੈ। ਜਸ ਐਸ਼ਵਰਜ ਗੁਣ ਖਸ਼ਟ ਉਚਾਰ। ਫਿਰ ਉਹਦਾ ਜਸ ਹੈ, ਫਿਰ ਉਹ ਐਸ਼ਵਰਜ ਦਾ ਮਾਲਕ ਹੈ। ਇਹ 6 ਦੇ 6 ਗੁਣ ਉਹਦੇ ਵਿੱਚ ਕਹੇ ਜਾਂਦੇ ਨੇ। ਸਾਡੇ 'ਚ 6 ਔਗਣ ਹੋ ਗਏ ਜੀਵ 'ਚ, ਈਸ਼ਵਰ ਵਿੱਚ 6 ਗੁਣ ਹੋ ਗਏ। ਹਾਂਜੀ। ਜੀਵਨ ਮੈਂ ਇਨਕੋ ਕਿਤ ਅੰਸ਼। ਜਿਹੜਾ ਸਾਡੇ ਜੀਵਾਂ ਦੇ ਵਿੱਚ ਵੀ ਥੋੜਾ ਥੋੜਾ, ਕਿਸੇ ਕੋਲ ਗਿਆਨ ਵੀ ਹੈ, ਕਿਸੇ ਕੋਲ ਥੋੜੀ ਬਹੁਤੀ ਲక్ష్ਮੀ ਵੀ ਹੈ, ਕਿਸੇ ਕੋਲ ਥੋੜਾ ਬਹੁਤਾ ਜਸ ਵੀ ਹੈ, ਇਹ ਈਸ਼ਵਰ ਦਾ ਦਿੱਤਾ ਹੋਇਆ ਥੋੜਾ ਥੋੜਾ। ਪਰ ਮਾਲਕ ਤਾਂ ਨਹੀਂ ਨਾ ਸਾਰੀਆਂ, ਉਹ ਮਾਲਕ ਹੈ ਈਸ਼ਵਰ। ਸਾਡੇ ਕੋਲ ਉਹਦਾ ਦਿੱਤਾ ਹੋਇਆ ਥੋੜਾ ਥੋੜਾ ਅੰਸ਼ ਹੈ, ਥੋੜੀ ਬਹੁਤੀ ਲక్ష్ਮੀ ਹੈ ਜਾਂ ਥੋੜਾ ਬਹੁਤਾ ਜਸ ਹੈ, ਥੋੜਾ ਜਿਹਾ ਵਿਰਾਗ, ਥੋੜਾ ਬਹੁਤਾ ਗਿਆਨ ਹੈ, ਕੇਵਲ ਅੰਸ਼ ਮਾਤਰ ਹੈ। ਈਸ਼ਰ ਵਿਖੇ ਖਸ਼ਟ ਸਰਬਸ। ਸਾਡੇ 'ਚ ਕੇਵਲ ਅੰਸ਼ ਹੈ 6 ਗੁਣਾਂ ਦੀ, ਪਰ ਈਸ਼ਵਰ ਦੇ ਵਿੱਚ 6 ਦੇ 6 ਸੰਪੂਰਨ ਨੇ, ਉਹਦੇ 'ਚ 6 ਦੇ 6 ਪੂਰੇ ਗੁਣ ਹਨ। ਜਾਂ ਤੇ ਸ੍ਰਿਸ਼ਟ ਉਪਾਵਨ ਪਾਰਨ। ਇਸ ਕਰਕੇ ਸ੍ਰਿਸ਼ਟੀ ਨੂੰ ਪੈਦਾ ਕਰਨਾ ਤੇ ਸ੍ਰਿਸ਼ਟੀ ਦਾ ਪਾਲਣ ਕਰਨਾ। ਨਾਸ਼ਨ ਕਰਨ ਈਸ਼ ਤ੍ਰੈ ਕਾਰਨ। ਫਿਰ ਸ੍ਰਿਸ਼ਟੀ ਦਾ ਨਾਸ਼ ਕਰਨਾ, ਇਹ ਤਿੰਨੇ ਕੰਮ ਕਰਨ ਵਾਲਾ ਈਸ਼ਵਰ ਹੈ। ਜੀਵ ਪਰਤੰਤਰ ਦੁਖੀ ਗੁਣਹੀਨ। ਪਰ ਦੂਜੇ ਪਾਸੇ ਅਸੀਂ ਜੀਵ
ਉਹ ਪਰਤੰਤਰ ਹਾਂ, ਪਰਤੰਤਰ ਕਹੀਏ ਕਿਸੇ ਦੇ ਅਧੀਨ ਹਾਂ, ਫਿਰ ਦੁਖੀ ਹਾਂ, ਫਿਰ ਗੁਣਾ ਤੋਂ ਹੀਣੇ ਹਾਂ। ਕਿਮ ਦੋਇਨ ਕੀ ਇਕਤਾ ਲੀਨ। ਹੁਣ ਸਾਡੇ ਵਿੱਚ 6 ਔਗਣ, ਪ੍ਰਮਾਤਮਾ ਵਿੱਚ 6 ਗੁਣ, ਫਿਰ ਉਹਦੇ ਚ 3 ਸ਼ਕਤੀਆਂ ਨੇ, ਪੈਦਾ ਕਰਨਾ ਸ੍ਰਿਸ਼ਟੀ ਨੂੰ, ਪਾਲਣਾ ਤੇ ਸੰਘਾਰ ਕਰਨਾ। ਸਾਡੇ ਚ 3 ਦੁੱਖ ਨੇ, ਅਸੀਂ ਕਿਸੇ ਦੇ ਅਧੀਨ ਵੀ ਹੁੰਨੇ ਆ, ਦੁਖੀ ਵੀ ਹੁੰਨੇ ਆ, ਗੁਣਾ ਤੋਂ ਹੀਣੇ ਵੀ ਆ। ਹੁਣ ਜੀਵ ਤੇ ਈਸ਼ਵਰ ਦੀ ਏਕਤਾ ਕਿਵੇਂ ਹੋਵੇ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਵਾਲ ਉੱਠਿਆ ਨਾ ਵੀ ਰੱਬ ਦੇ ਵਿੱਚ ਇੰਨੇ ਗੁਣ ਨੇ ਤੇ ਮੇਰੇ ਸਾਡੇ ਵਿੱਚ ਔਗਣ ਨੇ, ਹੁਣ ਸਾਡਾ ਮੇਲ ਕਿਵੇਂ ਹੋਵੇ? ਮਿਲੀਏ ਕਿਵੇਂ? ਕੋਈ ਮਾੜਾ ਮੋਟਾ ਵੀ ਸਮਾਨਤਾ ਹੋਵੇ ਤੇ ਮਿਲ ਜਾਈਏ। ਆਪਾਂ ਕਹਿੰਦੇ ਆ ਯਾਰ ਫਲਾਣੇ ਬੰਦੇ ਨਾਲ ਤਾਂ ਮੇਰਾ ਉੱਕਾ ਹੀ ਖਿਆਲ ਨਹੀਂ ਰਲਦਾ, ਮੈਂ ਉਹਦੇ ਨਾਲ ਬੈਠਣਾ ਕਿਵੇਂ? ਤੇ ਜਦੋਂ ਜੀਵ ਤੇ ਈਸ਼ਵਰ ਦੇ ਜਿਹੜਾ ਪਰਸਪਰੀ, ਹੁਣ ਜਿਹੜਾ ਜੀਵ ਦਾ ਸੁਭਾਅ ਹੈ ਤੇ ਈਸ਼ਵਰ, ਦੋਨਾਂ 'ਚ ਫਰਕ ਹੈ। ਉਹਦੇ 'ਚ 6 ਗੁਣ ਨੇ, ਸਾਡੇ 'ਚ 6 ਔਗਣ ਨੇ, ਤੇ ਏਕਤਾ ਕਿਵੇਂ ਹੋਵੇਗੀ? ਹੁਣ ਜੀਵ ਈਸ਼ਵਰ ਦੋਵੇਂ ਇੱਕ ਹੋ ਕੇ ਬ੍ਰਹਮ ਵਿੱਚ ਕਿਵੇਂ ਜਾਣਗੇ? ਹਾਂਜੀ, ਵਾਚੈ ਵਿਖੇ ਇਕਤਾ ਨੈ ਜੋਏ। ਜਦੋਂ ਵਾਚਿਆ ਰੂਪ ਦੇ ਵਿੱਚ ਵਰਣਨ ਹੋਵੇਗਾ ਫਿਰ ਨਹੀਂ ਏਕਤਾ ਹੋਣੀ। ਜਦੋਂ ਵਾਚਿਆ ਰੂਪ 'ਚ ਕਹਾਂਗੇ ਵੀ ਆਹ ਜੀਵ ਹੈ, ਆਹ ਈਸ਼ਵਰ ਹੈ, ਆਹ ਜੀਵ ਦੇ ਗੁਣ ਨੇ, ਆਹ ਈਸ਼ਵਰ ਦੇ ਗੁਣ ਨੇ, ਇਹ ਜੀਵ ਦੇ ਔਗਣ ਨੇ, ਫਿਰ ਨਹੀਂ ਕਹਿੰਦੇ ਏਕਤਾ ਹੋ ਸਕਦੀ। ਲਖਣਾ ਕਰੇ ਲਖਿਆ ਮੈਂ ਹੋਏ। ਉੱਥੇ ਫਿਰ ਲਕਸ਼ਣਾ ਬਿਰਤੀ ਦੇ ਨਾਲ ਲਖਿਆ ਜਾਏਗਾ, ਜਾਣਿਆ ਜਾਏਗਾ। ਦੁਖੀ ਪਰਤੰਤਰ ਅਲਪਤਾ ਜੀਵ। ਉੱਥੇ ਫਿਰ ਇਹ ਕਿਹਾ ਜਾਏਗਾ ਵੀ ਜਿਹੜਾ ਜੀਵ ਦਾ ਦੁਖੀ ਪੁਣਾ ਹੈ, ਜਾਂ ਇਹ ਜੀਵ ਪਰਤੰਤਰ ਹੈ, ਕਿਸੇ ਦੇ ਅਧੀਨ ਹੈ, ਅਲਪ ਹੈ, ਤੁੱਛ ਹੈ। ਤੀਨੋ ਤਜ ਪਾਛੇ ਜੋ ਥੀਵ। ਜੀਵ ਦੇ 3 ਔਗਣ ਛੱਡ ਦਿਓ, ਜਿਹੜੇ ਆ ਜੀਵ ਦੇ ਨੇ 3, ਤੇ ਜਿਹੜਾ ਪਿੱਛੇ ਬਚੇਗਾ ਕੀ ਰਹਿ ਜਾਏਗਾ? ਪਿੱਛੇ ਤਾਂ ਫਿਰ ਸ਼ੁੱਧ ਆਤਮਾ ਹੀ ਰਹਿ ਜਾਏਗੀ ਨਾ। ਜਦੋਂ ਜੀਵ ਦੇ ਜੀਵ ਪੁਣੇ ਦਾ ਹੀ ਤਿਆਗ ਕਰ ਦਿੱਤਾ, 3 ਛੱਡ ਦਿੱਤੇ। ਸਰਬਗਤਾ ਖਟ ਗੁਣ ਸੁਖ ਈਸ਼। ਉਧਰ ਈਸ਼ਵਰ ਦੀ ਜਿਹੜੀ ਸਰਪਗਤਾ ਹੈ ਜਾਂ ਉਹਦੇ 6 ਗੁਣ ਨੇ, ਉਹ ਸੁਖਦਾਤਾ ਈਸ਼ਵਰ ਹੈ। ਤੀਨੋ ਤਜ ਪਸ਼ਚਾਤ ਰਹੀਸ। ਉਹਦੇ 6 ਦੇ 6 ਗੁਣ ਤੇ 3 ਸ਼ਕਤੀਆਂ ਨੂੰ ਛੱਡ ਕੇ ਜਿਹੜਾ ਪਿੱਛੇ ਬਚੇਗਾ, ਕੀ ਬਚੇਗਾ? ਬ੍ਰਹਮ। ਜੀਵ ਦੇ 6 ਔਗਣ ਤੇ 6 ਦੀਆਂ ਖਾਮੀਆਂ ਜਿਹੜੀਆਂ ਨੇ, ਕਮਜ਼ੋਰੀਆਂ, ਇਹ ਜੀਵ ਦੀਆਂ ਛੱਡ ਦਿਓ, ਤੇ ਈਸ਼ਵਰ ਦੇ 6 ਗੁਣ ਤੇ 3 ਉਹਦੀਆਂ ਸ਼ਕਤੀਆਂ ਨੂੰ ਛੱਡ ਦਿਓ। ਪਿੱਛੇ ਜੋ ਬਚੇਗਾ ਉਹਦੇ ਵਿੱਚ ਵੀ ਬ੍ਰਹਮ ਰਹਿ ਜਾਏਗਾ, ਇਹਦੇ ਵਿੱਚ ਵੀ ਬ੍ਰਹਮ ਰਹਿ ਜਾਏਗਾ। ਏਦਾਂ ਏਕਤਾ ਹੁੰਦੀ ਹੈ। ਇਹਨੂੰ ਕਹਿੰਦੇ ਨੇ ਭਾਗ ਤਿਆਗ ਲਕਸ਼ਣਾ ਬਿਰਤੀ। ਇਹ ਜਿਹੜੀ ਤੀਸਰੀ ਬਿਰਤੀ ਹੈ, ਇਹਨੂੰ ਭਾਗ ਤਿਆਗ ਲਕਸ਼ਣਾ ਬਿਰਤੀ ਕਹਿੰਦੇ। ਇਹਨੂੰ ਮੈਂ ਹੁਣ ਥੋੜੀ ਜਿਹੀ ਉਦਾਹਰਣ ਦੇ ਕੇ, ਅੱਗੇ ਵੀ ਆਪ ਜੀ ਨੇ ਕਈ ਵਾਰੀ ਸੁਣੀ ਹੋਣੀ ਹੈ, ਮੈਂ ਉਹਨੂੰ ਦੁਬਾਰਾ ਸਮਝਾਉਣਾ ਤਾਂ ਜੋ ਸਰੀਰਕ ਤੌਰ ਤੇ ਕਿਵੇਂ ਇਹ ਸਾਡੇ ਸਰੀਰਾਂ ਦੇ ਵਿੱਚ ਕਿਵੇਂ ਉਦਾਹਰਣ ਵਰਤਦੀ ਹੈ। ਮੰਨ ਲਓ ਮੈਨੂੰ 6 ਮਹੀਨੇ ਜਾਂ ਸਾਲ ਪਹਿਲਾਂ ਕੋਈ ਬੰਦਾ ਮਿਲਿਆ ਸ੍ਰੀ ਅੰਮ੍ਰਿਤਸਰ ਸਾਹਿਬ, ਉਦੋਂ ਮੌਸਮ ਹੋਰ ਸੀ, ਕੱਪੜੇ ਹੋਰ ਸਨ, ਜਗ੍ਹਾ ਹੋਰ ਸੀ। ਅੱਜ ਉਹ 6 ਮਹੀਨਿਆਂ ਬਾਅਦ ਮੈਨੂੰ ਪਟਿਆਲੇ ਮਿਲਿਆ ਤੇ ਉਹਦੇ ਕੱਪੜੇ ਹੋਰ ਨੇ, ਮੌਸਮ ਹੋਰ ਹੈ, ਤੇ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਇਹਦੇ ਕੱਪੜੇ ਹੋਰ ਸੀ ਉਦੋਂ ਆਹੋ। ਜੇ ਤੇ ਕੱਪੜੇ ਵੇਖਾਂਗੇ, ਜਗ੍ਹਾ ਵੇਖਾਂਗੇ, ਸ਼ਹਿਰ ਦਾ ਵੀ ਵਖਰੇਵਾਂ। ਉਦੋਂ ਅੰਮ੍ਰਿਤਸਰ ਸਾਹਿਬ ਸੀ, ਹੁਣ ਪਟਿਆਲੇ ਹੈ। ਉਦੋਂ ਕੱਪੜੇ ਗਰਮੀ ਵਾਲੇ ਸਨ, ਹੁਣ ਮੋਟੇ ਪਾਏ ਹੋਏ ਨੇ। ਉਦੋਂ ਗਰਮੀਆਂ ਸਨ, ਹੁਣ ਸਿਆਲ ਨੇ। ਫਿਰ ਤਾਂ ਭੇਦ ਰਹੇਗਾ। ਪਰ ਜਦੋਂ ਕਹਾਂਗੇ ਉਹੀ ਬੰਦਾ ਹੈ, ਫਿਰ ਤਾਂ ਨਹੀਂ ਭੇਦ ਰਹਿ ਜਾਂਦਾ। ਬੰਦਾ ਤਾਂ ਉਹੀ ਹੈ ਨਾ। ਫਿਰ ਦੋਵੇਂ, ਪਟਿਆਲਾ ਵੀ ਛੱਡ ਦਿਓ, ਅੰਮ੍ਰਿਤਸਰ ਸਾਹਿਬ ਵੀ ਛੱਡ ਦਿਓ, ਬੰਦਾ ਉਹੀ ਹੈ। ਮੌਸਮ ਵੀ ਛੱਡ ਦਿਓ। ਇਸੇ ਤਰ੍ਹਾਂ ਜੀਵ ਤੇ ਈਸ਼ਵਰ ਦੀ ਏਕਤਾ ਇਸੇ ਤਰ੍ਹਾਂ ਹੁੰਦੀ। ਜਦੋਂ ਜੀਵ ਦਾ ਜੀਵ ਪੁਣਾ ਤੇ ਈਸ਼ਵਰ ਦਾ ਈਸ਼ਵਰ ਪੁਣਾ ਛੱਡ ਦਿਓ, ਦੋਨਾਂ 'ਚ ਜੋ ਪਿੱਛੇ ਬਚੇਗਾ ਉਹਨੂੰ ਕਹਿੰਦੇ ਨੇ ਬ੍ਰਹਮ। ਫਿਰ ਉਹ ਬ੍ਰਹਮ ਰੂਪ ਹੋ ਜਾਂਦਾ। ਉਹਦੇ ਅਰਥ ਕਿਵੇਂ ਲੱਗਦੇ ਨੇ? ਇਹਨੂੰ ਕਹਿੰਦੇ ਨੇ ਭਾਗ ਤਿਆਗ ਲਕਸ਼ਣ। ਇਸ ਤਰ੍ਹਾਂ ਇਹ ਅਰਥ ਸਿੱਧ ਹੁੰਦੇ ਹਨ। ਸਚਦਾਨੰਦ ਦੋਹਨ ਮੈਂ ਰਹਿਓ। ਸਤ ਚੇਤਨ ਆਨੰਦ ਦੋਨਾਂ 'ਚ ਹੀ ਰਹਿ ਗਿਆ ਪਿੱਛੇ, ਇਧਰ ਜੀਵ ਵਿੱਚ ਵੀ ਉਧਰ ਈਸ਼ਵਰ ਵਿੱਚ ਵੀ। ਜਾਂ ਤੇ ਇਕਤਾ ਦੋਨੋਂ ਲਹਿਓ। ਏਦਾਂ ਫਿਰ ਦੋਨਾਂ ਵਿੱਚ ਹੀ ਏਕਤਾ ਹੋ ਜਾਂਦੀ। ਫਿਰ ਦੋਵੇਂ ਜੀਵ ਈਸ਼ਵਰ ਬ੍ਰਹਮ ਹੀ ਹੋ ਗਏ, ਫਿਰ ਉਹ ਬ੍ਰਹਮ ਰੂਪ ਹੀ ਹੋ ਗਏ।
ਜਥਾ ਅਗਨ ਕੇ ਗੁਣ ਹੈ ਤੀਨ। ਕਹਿੰਦੇ ਜਾਂ ਮਾਨੋ ਜਿਵੇਂ ਅੱਗ ਦੇ 3 ਗੁਣ ਹੁੰਦੇ ਨੇ, ਦਾਹਕ ਊਸ਼ਨ ਪ੍ਰਕਾਸ਼ਕ ਚੀਨ। ਅੱਗ ਸਾੜਦੀ ਵੀ ਆ, ਅੱਗ ਦੇ ਵਿੱਚੋਂ ਨਿੱਘ ਵੀ ਆਉਂਦਾ ਤੇ ਅੱਗ ਦੇ ਵਿੱਚ ਪ੍ਰਕਾਸ਼ ਵੀ ਹੁੰਦਾ। ਇਹ ਅੱਗ ਦੇ ਇੱਕੋ ਅੱਗ ਦੇ 3 ਗੁਣ ਨੇ। ਤਿਸੀ ਅਗਨ ਕੇ ਤੀਨੋਂ ਰੂਪ। ਫਿਰ ਉਸ ਅੱਗ ਦੇ ਰੂਪ ਵੀ ਅੱਗੇ 3 ਨੇ ਵੱਖੋ ਵੱਖਰੇ। ਬਨ ਦੋ ਦੀਪ ਮਸਾਲ ਅਨੂਪ। ਇੱਕ ਹੁੰਦੀ ਜੰਗਲ ਦੀ ਅੱਗ, ਦੂਜੀ ਹੁੰਦੀ ਦੀਵੇ ਦੀ ਅੱਗ ਤੇ ਤੀਜੀ ਹੁੰਦੀ ਮਸ਼ਾਲ ਦੇ ਉੱਤੇ ਬਲੀ ਹੋਈ ਅੱਗ। ਤ੍ਰੈ ਗੁਣ ਤੀਨੋਂ ਰੂਪ ਮਝਾਰ। ਹੁਣ 3 ਗੁਣ 3 ਰੂਪਾਂ ਦੇ ਵਿੱਚ ਨਜ਼ਰ ਆਉਂਦੇ ਨੇ। ਈਸ਼ ਜੀਵ ਤਿਮ ਬ੍ਰਹਮ ਵਿਚਾਰ। ਪਰ ਭਾਵੇਂ ਉਹ ਜੰਗਲ ਵਿੱਚ ਬਲੇ ਤੇ ਭਾਵੇਂ ਦੀਵੇ ਤੇ ਬਲੇ ਤੇ ਭਾਵੇਂ ਮਸ਼ਾਲ ਤੇ ਬਲੇ, ਕੰਮ ਤਾਂ 3 ਗੁਣ ਤਾਂ 3 'ਚ ਹੀ ਹੋਣਗੇ ਨਾ, ਕਿਉਂਕਿ ਅੱਗ ਦੇ 3 ਗੁਣ ਨੇ। ਸੇਕ ਦੇਣਾ, ਪ੍ਰਕਾਸ਼ ਕਰਨਾ ਔਰ ਤ੍ਰੈ ਗੁਣ ਤੀਨੋਂ ਰੂਪ ਮਝਾਰ। 3 ਗੁਣ ਉਹਦੇ 'ਚ ਹੁੰਦੇ ਆ। ਤੇ ਦੀਵੇ ਵਿੱਚ ਵੀ ਓਨੀ, ਉਹਦੇ 'ਚ ਵੀ ਰੋਸ਼ਨੀ ਹੈ, ਉਹਦੇ ਵਿੱਚ ਵੀ ਗਰਮੈਸ਼ ਹੈ, ਉਹਦੇ ਵਿੱਚ ਵੀ ਇਸੇ ਪ੍ਰਕਾਰ ਨਾਲ ਕਹਿੰਦੇ ਜਿਹੜੀ ਉਹ ਮਿਸਾਲ ਦੇ ਵਿੱਚ ਬਲਦੀ ਆ, ਉਹਦੇ 3 ਗੁਣ ਹੈਣ ਤਾਂ ਵਖਰੇਵੇਂ ਕਰਕੇ 3 ਹੋ ਗਏ ਵੀ ਆਹ ਦੀਵਾ ਹੈ, ਇਹ ਮਿਸਾਲ ਹੈ, ਜੰਗਲ ਦੀ ਅੱਗ ਹੈ। ਪਰ ਜਦੋਂ ਉਸ ਅੱਗ ਦੇ ਗੁਣ ਵੇਖਾਂਗੇ 3 ਵਿੱਚ, ਉਹ ਤਾਂ ਇੱਕੋ ਹੀ ਨੇ ਨਾ। ਹਾਂਜੀ, ਇੱਕ ਆਕਾਸ਼ ਤ੍ਰੈ ਭੇਦ ਬਨਾਏ। ਹੁਣ ਹੋਰ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਇੱਕੋ ਆਕਾਸ਼ ਹੁੰਦਾ ਵੱਡਾ, ਉਹ ਉਪਾਧੀ ਭੇਦ ਕਰਕੇ 3 ਰੂਪਾਂ ਵਿੱਚ ਵੰਡਿਆ ਗਿਆ। ਘਟ ਮਟ ਮਹਾਕਾਸ਼ ਦ੍ਰਿਸ਼ਟਾਏ। ਜਿਹੜਾ ਘੜੇ ਵਿੱਚ ਹੈ ਉਹ ਘਟਾ ਆਕਾਸ਼ ਹੋ ਗਿਆ, ਜਿਹੜਾ ਮਕਾਨ ਵਿੱਚ ਹੈ ਉਹ ਮਠਾ ਆਕਾਸ਼ ਹੋ ਗਿਆ, ਜਿਹੜਾ ਮਕਾਨ ਤੋਂ ਬਾਹਰ ਹੈ ਉਹ ਮਹਾਕਾਸ਼ ਹੋ ਗਿਆ। ਹੈ ਤਾਂ ਇੱਕੋ ਹੀ ਨਾ, ਉਪਾਧੀ ਕਰਕੇ 3 ਬਣ ਗਏ। ਛੋਟੋ ਵੱਡ ਉਪਾਦ ਤੇ ਹੋਏ। ਉਹ ਜਿਹੜੀ ਬਾਹਰਲੀ ਉਪਾਧੀ ਹੁੰਦੀ ਆ ਵੀ ਘੜੇ ਵਿੱਚ ਛੋਟਾ ਹੁੰਦਾ, ਮਕਾਨ ਵਿੱਚ ਵੱਡਾ ਹੁੰਦਾ, ਉਪਾਧੀ ਕਰਕੇ ਛੋਟਾ ਵੱਡਾ ਹੋ ਗਿਆ, ਪਰ ਆਕਾਸ਼ ਤਾਂ ਉਹੀ ਹੈ ਨਾ। ਹਾਂਜੀ, ਨਾਸ਼ ਉਪਾਧੀ ਏਕ ਹੀ ਸੋਏ। ਪਰ ਜੇ ਡੰਡਾ ਮਾਰ ਕੇ ਘੜਾ ਤੋੜ ਦਿਓ, ਮਕਾਨ ਦੀਆਂ ਕੰਧਾਂ ਤੋੜ ਦਿਓ, ਤੇ ਫਿਰ ਪਿੱਛੇ ਕੀ ਰਹਿ ਜਾਏਗਾ? ਮਹਾਆਕਾਸ਼। ਇਸੇ ਤਰ੍ਹਾਂ ਜੀਵ, ਈਸ਼ਵਰ ਔਰ ਬ੍ਰਹਮ, ਇਹ ਜੀਵ ਤੇ ਈਸ਼ਵਰ ਵਿੱਚ ਜਿਹੜੀ ਬ੍ਰਹਮ ਦੀ ਅੰਸਰ ਹੈ ਜਦੋਂ ਪਿੱਛੇ ਰਹਿ ਜਾਏਗੀ, ਜੀਵ ਦਾ ਜੀਵ ਪੁਣਾ ਛੱਡ ਦਿਓ, ਈਸ਼ਵਰ ਦਾ ਈਸ਼ਵਰ ਪੁਣਾ ਛੱਡ ਕੇ ਪਿੱਛੇ ਕੇਵਲ ਨਿਰੋਲ ਮਹਾਆਕਾਸ਼ ਦੇ ਸਮਾਨ ਬ੍ਰਹਮ ਹੀ ਰਹਿ ਜਾਏਗਾ। ਇਮ ਸਾਖਸ਼ਾਤਕਾਰ ਮੈਂ ਏਕ। ਇਸ ਤਰ੍ਹਾਂ ਫਿਰ ਹੋ ਜਾਂਦਾ, ਉਦੋਂ ਹੁੰਦਾ ਸਾਖਸ਼ਾਤਕਾਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਾਖਸ਼ਾਤਕਾਰ ਹੋਇਆ, ਫਿਰ ਆਖਿਆ ਗੁਰੂ ਨਾਨਕ ਸਾਹਿਬ ਨੇ, ਤੂੰ ਸਦਾ ਸਲਾਮਤ ਨਿਰੰਕਾਰ। ਇੱਥੇ ਆ ਕੇ ਵੇਖੋ, ਕਿੰਨੇ ਦਿਨਾਂ ਤੋਂ ਕਥਾ ਚਲਦਿਆਂ ਚਲਦਿਆਂ ਇੱਥੇ ਆ ਕੇ ਸਿਧਾਂਤ ਆ ਗਿਆ ਵੀ ਇੱਥੇ ਆ ਕੇ ਸਾਖਸ਼ਾਤਕਾਰ ਹੋਇਆ। ਫਿਰ ਇਹਨੇ ਪੜਦਿਆਂ ਚੋਂ 5 ਕੋਸ਼ਾਂ ਚੋਂ ਨਿਕਲ ਕੇ, ਬਿਰਤੀਆਂ ਚੋਂ 5 ਪ੍ਰਕਾਰ ਦੀਆਂ ਚੋਂ ਨਿਕਲ ਕੇ 3 ਜਾਗਰਤ ਸੁਪਨ ਸੁਖੋਪਤੀ ਦੀ ਅਵਸਥਾ, ਫਿਰ ਅੱਗੇ ਪ੍ਰਾਣ 5 ਪ੍ਰਕਾਰ ਦੇ ਮੁਖ ਤੇ 5 ਪ੍ਰਕਾਰ ਦੇ ਉਪ ਦੱਸਦਿਆਂ ਸਰਵਣ ਮਨਨ ਨਿਧਿਆਸਣ ਸਾਖਸ਼ਾਤਕਾਰ ਆ ਕੇ ਇੱਥੇ ਆ ਕੇ ਫਿਰ ਬ੍ਰਹਮ ਦਾ ਗਿਆਨ ਪ੍ਰਗਟ ਹੋ ਗਿਆ। ਹਾਂਜੀ, ਰਹੇ ਨਾ ਭਾਵ ਅਭਾਵ ਵਿਵੇਕ। ਇੱਥੇ ਆ ਕੇ ਭਾਵ ਅਭਾਵ ਕਿ ਆ ਹੈ ਇਹ ਨਹੀਂ ਹੈ, ਇਹ ਨਹੀਂ ਰਹਿ ਜਾਂਦਾ ਵੀ ਆ ਹੈ ਤੇ ਆ ਨਹੀਂ ਹੈ। ਫਿਰ ਇਹ ਦੋਵੇਂ ਬਿਰਤੀਆਂ ਇੱਥੇ ਆ ਕੇ ਖਤਮ ਹੋ ਜਾਂਦੀਆਂ ਨੇ। ਤਤਵੰ ਮਸੀ ਅਹੰ ਬ੍ਰਹਮ ਅਸਮੀ। ਤਤਵੰ ਅਸੀ, ਤੂੰ ਬ੍ਰਹਮ ਹੈ, ਅਹੰ ਬ੍ਰਹਮ ਅਸਮੀ, ਆਤਮਾ ਹੀ ਤੂੰ ਹੀ ਬ੍ਰਹਮ, ਮੈਂ ਹੀ ਬ੍ਰਹਮ ਹਾਂ। ਇੱਕ ਰਸ ਬ੍ਰਿਤੀ ਨਾ ਉਠਤੈ ਭਰਮ। ਕਹਿੰਦੇ ਫਿਰ ਇੱਕ ਰਸ ਬਿਰਤੀ ਬਣ ਜਾਂਦੀ, ਫਿਰ ਕਦੇ ਮਨ 'ਚ ਭਰਮ ਨਹੀਂ ਪੈਂਦਾ ਮੁੜ ਕੇ। ਸ਼੍ਰੋਤਰੀ ਬ੍ਰਹਮ ਨਿਸ਼ਟੀ ਤੇ ਗਿਆਨ। ਪਰ ਆ ਗਿਆਨ ਮਿਲਦਾ ਕਿੱਥੋਂ ਹੈ? ਭਾਈ ਦਇਆ ਸਿੰਘ ਜੀ ਕਹਿੰਦੇ, ਪੂਰੇ ਗੁਰੂ ਕੋਲੋਂ। ਜਿਹੜਾ ਗੁਰੂ ਬ੍ਰਹਮ ਨੇਸ਼ਟੀ ਤੇ ਬ੍ਰਹਮ ਸ਼੍ਰੋਤਰੀ ਹੋਵੇ, ਉਹ ਇਹ ਗਿਆਨ ਦਿੰਦਾ ਹੈ। ਇਹ ਗਿਆਨ ਪੂਰੇ ਗੁਰੂ ਦੇ ਦੁਆਰਾ ਪ੍ਰਾਪਤ ਹੁੰਦਾ ਹੈ। ਪਾਏ ਮੋਖੂ ਬੰਧਨਹਾਨ। ਔਰ ਜਿਸ ਮਮੋਖਸ਼ੂ ਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ, ਉਹਦੇ ਬੰਧਨ ਕੱਟੇ ਜਾਂਦੇ ਹਨ। ਜੋ ਕਾਚੇ ਗੁਰ ਤੇ ਲਹਿ ਕੋਏ। ਜੇ ਕੋਈ ਕੱਚੇ ਪਿੱਲੇ ਕੋਲ ਜਾ ਕੇ ਗੁਰੂ
ਕੱਚੇ ਪਿੱਲੇ ਕੋਲੋਂ ਜਾ ਕੇ ਮੰਤਰ ਲਵੇ, ਕਿਦੋਂ ਗ੍ਰੰਥ ਪਠ ਆਪੇ ਹੋਏ। ਤੇ ਜਾਂ ਆਪ ਹੀ ਪੜ ਕੇ ਕਹੀ ਜਾਵੇ ਅਹੰ ਬ੍ਰਹਮਸਮੀ ਅਹੰ ਬ੍ਰਹਮਸਮੀ, ਫੋਕਾ ਹੀ ਉਹਦਾ ਵੀ ਮੈਂ ਹੀ ਬ੍ਰਹਮ ਹਾਂ, ਬਈ ਗੁਰੂ ਕੋਲੋਂ ਨਾ ਗਿਆਨ ਲਿਆ ਹੋਵੇ। ਉਹ ਫਿਰ ਪਤਾ ਕੀ ਕਹਿੰਦੇ ਜਿਹੜੇ ਇਦਾਂ ਦੇ ਹੁੰਦੇ, ਕਹਿੰਦੇ ਮੈਂ ਬ੍ਰਹਮ ਹਾਂ, ਬ੍ਰਹਮ ਨੂੰ ਕਿਹੜਾ ਕੋਈ ਪਾਪ ਹੁੰਦਾ, ਜੋ ਮਰਜ਼ੀ ਕਰੋ। ਉਹ ਇਦਾਂ ਦੀ ਬਿਰਤੀ ਵਿੱਚ ਪ੍ਰਵਿਰਤ ਹੋ ਜਾਂਦੇ ਹਨ। ਪਰ ਜਦੋਂ ਪੂਰੇ ਗੁਰੂ ਕੋਲੋਂ ਇਹ ਗਿਆਨ ਹਾਸਲ ਹੁੰਦਾ ਹੈ, ਫਿਰ ਉਸ ਗਿਆਨ ਨੂੰ ਪ੍ਰਾਪਤ ਕਰਕੇ ਉਸ ਬ੍ਰਹਮ ਵਿੱਚ ਬਿਰਤੀ ਚੱਲ ਕੇ ਨਿਰਾਕਾਰ ਸਵਰੂਪ ਹੋ ਜਾਂਦੀ ਹੈ। ਅੱਗੇ ਜਾ ਕੇ ਗੁਰੂ ਨਾਨਕ ਸਾਹਿਬ ਦੀਆਂ ਪਾਵਨ ਪੰਕਤੀਆਂ ਦੀ ਵਿਆਖਿਆ ਚੱਲ ਰਹੀ ਹੈ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੰਝੇ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹਾ, ਫਲਿਆ ਫੁਲਿਆ ਬੱਪੜੇ ਭੀ ਤਨ ਵਿੱਚ ਸੁਆਹਾ। ਇਹ ਪਾਵਨ ਪੰਕਤੀਆਂ ਦੀ ਵਿਆਖਿਆ ਆਪਾਂ ਕੱਲ ਦੀ ਕਥਾ 'ਚ ਗੁਰੂ ਸਾਹਿਬ ਦੀ ਕਿਰਪਾ ਨਾਲ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ